ਤੈਂਦੀ ਬੰਦਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ, ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਏਕੋ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਏਕੋ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਆਪਾਂ 2 ਦਿਨ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਸੰਗਤੀ ਰੂਪ ਵਿੱਚ ਇਕੱਤਰ ਹੋਏ ਹਾਂ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਸੁੱਧ ਸੰਥਿਆ ਵਾਸਤੇ ਅਤੇ ਗੁਰਬਾਣੀ ਦੇ ਅਰਥ ਬੋਧ ਵਾਸਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ, ਉਹਦੀ ਲੜੀਵਾਰ ਜੋ ਹੈ ਕਥਾ ਸੰਥਿਆ ਉਹ ਚੱਲ ਰਹੀ ਹੈ, ਜਿਹਦੇ ਵਿੱਚ ਆਪਾਂ 4 ਪੌੜੀਆਂ ਸੰਪੂਰਨ ਕੀਤੀਆਂ ਹਨ। 5ਵੀਂ ਪੌੜੀ ਦੀ ਅੱਜ ਆਰੰਭਤਾ ਹੋਈ ਹੈ। ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਧਾਂ ਨੇ ਪ੍ਰਸ਼ਨ ਕੀਤਾ ਹੈ ਕਿ ਮਹਾਰਾਜ, ਜੋ ਪਰਮੇਸ਼ਰ ਹੈ
ਜਿਸ ਨੂੰ ਆਪ ਪਾਤਸ਼ਾਹ ਕਰਕੇ ਕਥਨ ਕੀਤਾ ਹੈ ਕਿ ਉਸ ਨੂੰ ਕਿਸੇ ਰਾਜੇ ਨੇ ਸਥਾਪਿਤ ਕੀਤਾ, ਕਿਉਂਕਿ ਰਾਜੇ ਅੱਗੋਂ ਆਪਣੀ ਰਾਜ ਗੱਦੀ ਜਿਹੜੇ ਟਿੱਕਾ ਚੁਣ ਦਿੰਦੇ ਆ ਆਪਣੇ ਵੱਡੇ ਪੁੱਤਰ ਨੂੰ, ਤੇ ਜਿਵੇਂ ਕੋਈ ਮਹਾਤਮਾ ਵੀ ਆਪਣੇ ਥਾਂ ਤੇ ਅੱਗੇ ਥਾਪ ਦਿੰਦੇ ਆ, ਇਵੇਂ ਮਹਾਰਾਜ ਪਰਮੇਸ਼ਰ ਨੂੰ ਵੀ ਕਿਸੇ ਨੇ ਪਰਮੇਸ਼ਰ ਥਾਪਿਆ ਹੋਣਾ। ਤਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਹ ਪ੍ਰਸ਼ਨ ਸੁਣ ਕੇ ਮਹਾਰਾਜ ਜੀ ਨੇ 5ਵੀਂ ਪੌੜੀ ਵਿੱਚ ਉੱਤਰ ਬਖਸ਼ਿਸ਼ ਕੀਤਾ ਹੈ। ਤੇ ਇਹ ਵੀ ਇਹਨਾਂ ਦਾ ਪ੍ਰਸ਼ਨ ਹੈ ਕਿ ਮਹਾਰਾਜ ਪਰਮੇਸ਼ਰ ਕਿਸੇ ਮਾਤਾ ਪਿਤਾ ਦੇ ਸੰਬੰਧ ਕਰਕੇ ਪਰਮੇਸ਼ਰ ਦਾ ਜਨਮ ਹੋਇਆ ਹੈ, ਉਹ ਕਿਸੇ ਦੀ ਨਾਦੀ ਔਲਾਦ ਹੈ ਜਾਂ ਬਿੰਦੀ ਔਲਾਦ ਹੈ। ਪਰਮੇਸ਼ਰ ਦੀ ਬਾਬਤ ਸਿੱਧਾ ਨੇ ਜਿਹੜਾ ਹੈ ਉਹ ਕੁਐਸਚਨ ਕੀਤਾ ਹੈ। ਨਾਦੀ ਔਲਾਦ ਉਹਨੂੰ ਕਹਿੰਦੇ ਆ ਜਿਹੜੀ ਉਪਦੇਸ਼ ਪਾ ਕਰਕੇ, ਜਿਹੜੀ ਹੈ ਸਿੱਖਿਆਵਾਂ ਨੂੰ ਸੁਣ ਕਰਕੇ ਤੇ ਜੁੜ ਜਾਵੇ ਨਾਲ, ਜਿਵੇਂ ਕਿਸੇ ਮਹਾਤਮਾ ਦਾ ਉਪਦੇਸ਼ ਸੁਣ ਕਰਕੇ ਤੇ ਉਹਨੂੰ ਜਿਵੇਂ ਸਾਰੇ ਧਰਮਾਂ ਦੇ ਅੰਦਰ ਗੁਰੂ ਧਾਰਨ ਕਰਨ ਦੀ ਵਿਸ਼ੇਸ਼ਤਾ ਹੈ, ਤੇ ਜਿਹੜਾ ਉਪਦੇਸ਼ ਸੁਣ ਕਰਕੇ ਉਹਨੂੰ ਧਾਰਨ ਕਰੇ ਉਹਨੂੰ ਨਾਦੀ ਔਲਾਦ ਕਹਿੰਦੇ ਆ। ਜਿਵੇਂ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅਸੀਂ ਸਾਰੇ ਨਾਦੀ ਔਲਾਦ ਹਾਂ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਅਸੀਂ ਗੁਰਮੰਤਰ ਧਾਰਨ ਕੀਤਾ, ਮੂਲ ਮੰਤਰ ਧਾਰਨ ਕੀਤਾ। ਸਤਿਗੁਰੂ ਜੀ ਦੀਆਂ ਸਿੱਖਿਆਵਾਂ ਕਮਾਉਣੇ ਕਰਕੇ ਆਪਾਂ ਸਾਰੇ ਗੁਰਸਿੱਖ ਜਿੰਨੇ ਵੀ ਸਿੱਖ ਹੈ ਇਹ ਮਹਾਰਾਜ ਦੀ ਨਾਦੀ ਔਲਾਦ ਕਹਾਉਂਦੇ ਆ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਸਾਹਿਬ ਕੌਰ ਜੀ, ਵਾਸੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦਾ ਜਨਮ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਨਾਨਕੇ ਗੁਰੂ ਕੇ ਲਾਹੌਰ, ਇਸ ਤਰ੍ਹਾਂ ਇਹ ਮਹਾਰਾਜ ਦੇ ਅਸੀਂ ਨਾਦੀ ਪੁੱਤਰ ਹਾਂ। ਤੇ ਜਿਹੜੀ ਬਿੰਦੀ ਔਲਾਦ ਹੈ ਉਹ ਜਿਹੜੀ ਹੈ ਜਿਵੇਂ ਸਤਿਗੁਰਾਂ ਜੀ ਦੇ 4 ਸਾਹਿਬਜ਼ਾਦੇ ਹੋਏ, ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਇਉਂ ਉਹ ਬਿੰਦੀ ਔਲਾਦ ਕਹਿਲਾਉਂਦੇ ਆ ਜੋ ਸੰਬੰਧ ਕਰਕੇ ਮਾਤਾ ਦੇ ਉਦਰ ਤੋਂ ਜਨਮ ਹੋਵੇ। ਤੇ ਇਉਂ ਸਿੱਧਾ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਪਰਮੇਸ਼ਰ ਜਿਹੜਾ ਉਹ ਕਿਸੇ ਦੀ ਅਨਾਦੀ ਔਲਾਦ ਹੈ, ਭਾਵ ਕਿਸੇ ਤੋਂ ਉਪਦੇਸ਼ ਪਾ ਕੇ ਕਿਸੇ ਨੇ ਅੱਗੇ ਰਾਜ ਗੱਦੀ ਤੇ ਉਹਨੂੰ ਪਾਤਸ਼ਾਹ ਥਾਪਿਆ ਹੋਵੇ, ਕਿ ਜਾਂ ਕਿਸੇ ਦਾ ਪੈਦਾ ਕੀਤਾ ਹੋਇਆ ਉਸਦੇ ਵੀ ਕੋਈ ਮਾਤਾ ਪਿਤਾ ਹਨ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਫਿਰ ਸਿੱਧਾਂ ਦੇ ਇਸ ਪ੍ਰਸ਼ਨ ਦਾ ਉੱਤਰ ਦਿੱਤਾ। ਮਹਾਰਾਜ ਕਹਿੰਦੇ ਥਾਪਿਆ ਨਾ ਜਾਏ। ਹਜ਼ੂਰ ਕਹਿੰਦੇ ਹੈ ਸਿੱਧੋ, ਜਿਵੇਂ ਕਿਸੇ ਚੇਲੇ ਨੂੰ ਗੱਦੀ ਤੇ ਉਹਨਾਂ ਦਾ ਮੁਰਸ਼ਦ ਥਾਪ ਦਿੰਦਾ, ਇਸ ਪ੍ਰਕਾਰ ਪਰਮੇਸ਼ਰ ਕਿਸੇ ਦਾ ਥਾਪਿਆ ਟਿਕਾਇਆ ਹੋਇਆ ਨਹੀਂ ਹੈ। ਥਾਪਿਆ ਨਾ ਜਾਏ, ਉਹਨੂੰ ਕਿਸੇ ਨੇ ਅਸਥਾਪਨ ਨਹੀਂ ਕੀਤਾ, ਤੇ ਇਸ ਕਰਕੇ ਪਰਮੇਸ਼ਰ ਕਿਸੇ ਦੀ ਨਾਦੀ ਔਲਾਦ ਨਹੀਂ ਹੈ। ਜਿਵੇਂ ਕਈ ਲੋਕ ਕਹਿੰਦੇ ਹਨ ਕਿ ਪਰਮੇਸ਼ਰ ਕੋਈ ਵੱਡਾ ਆਦਮੀ ਹੋਣਾ, ਉਸ ਨੂੰ ਲੋਕਾਂ ਨੇ ਰੱਬ ਕਹਿ ਕੇ ਥਾਪ ਦਿੱਤਾ ਹੋਵੇਗਾ। ਇਹ ਨਾਸਤਕ ਜਾਂ ਚਾਰ ਵਾਕੀਏ ਜਿਹੜੇ ਆ ਇਹ ਸਾਖੀਆਂ ਦੇ ਕੇ ਝੂਠੇ ਖਿਆਲ ਦਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਕਿਸੇ ਨੇ ਪਰਮੇਸ਼ਰ ਨੂੰ ਆਪਣਾ ਗੱਦੀ ਨਸ਼ੀਨ ਬਣਾ ਕੇ ਥਾਪਿਆ ਹੋਇਆ ਨਹੀਂ ਹੈ। ਥਾਪਿਆ ਨਾ ਜਾਏ, ਉਹ ਕਿਸੇ ਦਾ ਥਾਪਿਆ ਹੋਇਆ ਨਹੀਂ, ਉਹ ਆਪਣੇ ਆਪ ਤੋਂ ਆਪ ਹੈ। ਮਹਾਰਾਜ ਅੱਗੇ ਉੱਤਰ ਦੇਣਗੇ। ਫਿਰ ਕੀਤਾ ਨਾ ਹੋਏ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਵੇਂ ਕਿਸੇ ਦਾ ਜਿਹੜਾ ਹੈ ਉਹ ਪੁੱਤਰ ਅਖਵਾਉਂਦਾ ਹੈ, ਜਿਹੜਾ ਇਸਤਰੀ ਦੇ ਸੰਬੰਧ ਕਰਕੇ ਜਿਹਦਾ ਜਨਮ ਹੋਵੇ, ਇਉਂ ਵਾਹਿਗੁਰੂ ਪਰਮੇਸ਼ਰ ਬਿੰਦੀ ਔਲਾਦ ਨਹੀਂ ਕਿਸੇ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਪਰਮੇਸ਼ਰ ਦਾ ਨਾ ਤਾਤਾ ਨਾ ਮਾਤਾ, ਨਾ ਉਹਦੀ ਕੋਈ ਮਾਤਾ ਹੈ ਤੇ ਨਾ ਕੋਈ ਉਹਦਾ ਮਹਾਰਾਜ ਕਹਿੰਦੇ ਨੇ ਪਿਤਾ ਹੈ। ਉਹ ਮਾਤਾ ਪਿਤਾ ਦੇ ਸੰਬੰਧ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਨਹੀਂ ਹੈ ਕਿ ਕਿਸੇ ਮਾਤਾ ਦੇ ਉਦਰ ਤੋਂ ਉਸ ਦਾ ਜਨਮ ਹੋਇਆ ਨਹੀਂ। ਜਿਵੇਂ ਮਹਾਰਾਜ ਪਿੱਛੇ ਕਹਿ ਆਏ ਆ, ਅਜੂਨੀ ਸਹਿ ਭੰਗ,
ਉਹ ਅਜਨਮਾ ਸਰੂਪ ਹੈ ਤੇ ਸੁਤੇ ਸਿੱਧ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ ਆਪ। ਇਸ ਕਰਕੇ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਹ ਕਿਸੇ ਦਾ ਥਾਪਿਆ ਹੋਇਆ, ਸਥਿਤ ਕੀਤਾ ਹੋਇਆ ਪਾਤਸ਼ਾਹ ਨਹੀਂ ਹੈ, ਤੇ ਨਾ ਹੀ ਕਿਸੇ ਦਾ ਜਿਹੜਾ ਹੈ ਉਹ ਪੈਦਾ ਕੀਤਾ ਹੋਇਆ ਪਰਮੇਸ਼ਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਾ ਕੋ ਕੋਈ ਤਾਤ ਮਾਤੰਗ ਨਾ ਭਾਇੰ, ਨਾ ਪੁੱਤਰੰ ਨਾ ਪੋਤਰੰ ਨਾ ਦਾਇਆ ਨਾ ਦਾਇੰ। ਇਹ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਹ ਬਚਨ ਕਹੇ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਆਪਣੇ ਆਪ ਵਿੱਚ ਸੁਤੰਤਰ ਹੈ, ਤੇ ਇਹ ਮਹਾਰਾਜ ਕਿਹਾ ਆਪੇ ਆਪ ਨਿਰੰਜਨ ਸੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪੇ ਆਪ ਆਪਣਾ ਆਪ ਸਰੂਪ ਹੈ, ਕਿਸੇ ਦੇ ਅਧੀਨ ਨਹੀਂ ਹੈ। ਇਸ ਕਰਕੇ ਉਹ ਸੁਤੰਤਰ ਹੈ, ਪਤੰਤਰ ਨਹੀਂ, ਕਿਸੇ ਦੇ ਅਧੀਨ ਨਹੀਂ, ਆਪਣੇ ਆਪ ਤੋਂ ਆਪ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਫਿਰ ਉਹ ਨਿਰਅੰਜਨ ਮਾਇਆ ਦੀ ਕਾਲਖ ਤੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਤ ਵਾ, ਸੁੱਧ ਸਰੂਪ ਹੈ ਉਹ। ਜਿਹੜਾ ਪਰਮੇਸ਼ਰ ਦੇ ਨਾਮ ਦਾ ਆਵਾਹਨ ਕਰਦਾ ਨਾ, ਉਹਦਾ ਅਸੁੱਧ ਹਿਰਦਾ ਵੀ ਸੁੱਧ ਹੋ ਜਾਂਦਾ ਹੈ। ਇਸ ਕਰਕੇ ਆਪੇ ਆਪ, ਆਪਣੇ ਆਪ ਤੋਂ ਉਹ ਆਪ ਹੈ। ਕਿਸੇ ਕਿਉਂਕਿ ਜੋ ਕੁਝ ਅਸੀਂ ਵੇਖਦੇ ਹਾਂ ਇਹ ਸਾਨੂੰ ਦਿਖਾਈ ਦਿੰਦਾ ਹੈ, ਕਿਸੇ ਨਾ ਕਿਸੇ ਨੇ ਚੀਜ਼ ਨੂੰ ਜਿਹੜਾ ਬਣਾਇਆ ਹੈ। ਤੇ ਜਿਵੇਂ ਸਾਰੀ ਇਹ ਕਾਇਨਾਤ ਦਾ ਰਚయిਤਾ ਪਰਮੇਸ਼ਰ ਨੂੰ ਮੰਨਿਆ ਜਾਂਦਾ, ਕੀ ਪਰਮੇਸ਼ਰ ਨੂੰ ਵੀ ਕਿਸੇ ਨੇ ਰਚਿਆ? ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਪਰਮੇਸ਼ਰ ਤਾਂ ਆਪਣੇ ਆਪ ਤੋਂ ਆਪ ਹੈ ਤੇ ਉਹ ਸੁੱਧ ਸਰੂਪ ਹੈ। ਗਰੀਬ ਨਵਾਜ ਕਹਿੰਦੇ ਆ ਕਿ ਉਹ ਮਾਇਆ ਦੀ ਕਾਲਖ ਜਿਹੜੀ ਸਭ ਜੀਆਂ ਨੂੰ ਵਿਆਪਦੀ ਹੈ ਨਾ, ਪਰਮੇਸ਼ਰ ਦੇ ਸਰੂਪ ਵਿੱਚ ਉਹ ਮਾਇਆ ਦੀ ਕਾਲਖ ਨਹੀਂ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਹੋਰ ਨੇ ਪਰਮੇਸ਼ਰ ਨੂੰ ਨਹੀਂ ਬਣਾਇਆ। ਸਤਿਗੁਰੂ ਜੀ ਕਹਿੰਦੇ ਆ ਇਉਂ ਨਹੀਂ ਕਿ ਉਹ ਤਾਂ ਆਪਣਾ ਆਪ ਰੂਪ ਹੈ ਤੇ ਤਤਪਦ ਦਾ ਲੱਖ ਅਰਥ ਹੈ, ਉਹ ਨਿਰੰਜਨ ਸੁੱਧ ਸਰੂਪ ਹੈ। ਇਉਂ ਜਿਹੜਾ ਹੈ ਮਨ ਦੇ ਅੰਦਰ ਸਮਝਣਾ ਕਿ ਪਰਮੇਸ਼ਰ ਨੂੰ ਜਿਹੜਾ ਹੈ ਕੋਈ ਬਣਾਉਣ ਵਾਲਾ ਨਹੀਂ, ਕੋਈ ਪੈਦਾ ਕਰਨ ਵਾਲਾ ਨਹੀਂ, ਇਸ ਦੇ ਉਲਟ ਕੇ ਸਗੋਂ ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਾਰੀ ਕਾਇਨਾਤ ਨੂੰ ਵਾਹਿਗੁਰੂ ਜੀ ਪੈਦਾ ਕਰਨ ਵਾਲੇ ਹਨ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਉਹ ਆਪਣੇ ਆਪ ਤੋਂ ਆਪ ਹੈ। ਤੇ ਫਿਰ ਸਤਿਗੁਰੂ ਜੀ ਨੇ ਕਿਹਾ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਸੇਵਾ ਕੀਤੀ ਹੈ ਨਾ, ਭਜਨ ਕੀਤਾ ਹੈ, ਉਹਨਾਂ ਨੇ ਵਾਹਿਗੁਰੂ ਦੇ ਦਰ ਵਿੱਚੋਂ ਸਤਿਕਾਰ ਮਾਣ ਪ੍ਰਾਪਤ ਕੀਤਾ ਹੈ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਉਹਨਾਂ ਨੂੰ ਭਗਤੀ ਦਾ ਸਿਰੋਂ ਪਾਓ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਜਿਹੜਾ ਸੇਵਾ ਕਰਦਾ ਨਾ ਪਰਮੇਸ਼ਰ ਦੀ, ਉਹਦੇ ਬਰਾਬਰ ਕੋਈ ਨਾ ਤਾਂ ਵਿਦਵਾਨ, ਨਾ ਕੋਈ ਰਾਜਾ, ਕੋਈ ਉਹਦੇ ਬਰਾਬਰ ਨਹੀਂ ਹੋ ਸਕਦਾ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੇਵਾ ਜਿਹਨੇ ਕੀਤੀ ਹੈ ਨਾ, ਹਿਰਦੇ ਦੇ ਅੰਦਰ ਪ੍ਰੇਮ ਧਾਰਨ ਕਰਕੇ, ਮਹਾਰਾਜ ਕਹਿੰਦੇ ਉਹਨੂੰ ਮਾਨ ਸਤਿਕਾਰ ਜਿਹੜਾ ਨਾ ਉਹ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਦੀ ਦਰਗਾਹ ਦੇ ਅੰਦਰੋਂ ਵੀ, ਅਤੇ ਇਸ ਸੰਸਾਰ ਦੇ ਅੰਦਰ ਵੀ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਾਣ ਤੇ ਸਤਿਕਾਰ ਜਿਹੜਾ ਨਾ ਉਹ ਪ੍ਰਾਪਤ ਹੁੰਦਾ ਹੈ। ਤਿੰਨਾਂ ਲੋਕਾਂ ਵਿੱਚ ਉਹਨਾਂ ਦਾ ਮਾਣ ਹੁੰਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਨਾਨਕ ਗਾਵੀਐ ਗੁਣੀ ਨਿਧਾਨ। ਸੱਚੇ ਪਾਤਸ਼ਾਹ ਕਹਿੰਦੇ ਉਹ ਸਾਰੇ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਉਸ ਵਾਹਿਗੁਰੂ ਨੂੰ ਸਿੱਧੋ ਪਿਆਰ ਦੇ ਨਾਲ ਮਹਾਰਾਜ ਕਹਿੰਦੇ ਗਾਉਣਾ ਕਰੀਏ। ਇਹ ਫਿਰ ਸਿੱਧ ਕਹਿੰਦੇ ਮਹਾਰਾਜ ਕੇਵਲ ਗਾਈ ਜਾਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਾ ਵੀ ਹੈ ਸੁਣੀਐ ਮਨ ਰੱਖੀਐ ਭਾਓ। ਇਹ ਸਿੱਧੋ ਜਿੱਥੇ ਗਾਵੀਏ ਆਪਣੀ ਰਸਨਾ ਦੇ ਨਾਲ, ਕੰਨਾਂ ਦੇ ਨਾਲ ਸੁਣੀਏ ਤੇ ਮਨ ਦੇ ਅੰਦਰ ਭਾਵਨਾ ਪਿਆਰ ਵੀ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਰੱਖਣਾ ਕਰੀਏ। ਇਹ ਸਾਧਨ ਅਪਣਾਉਣੇ, ਮੁਖ ਦੇ ਨਾਲ ਜੀਭਾ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਗਾਉਣਾ, ਪ੍ਰੀਤ ਰੂਪੀ ਰਸਨਾ ਦੇ ਨਾਲ ਗਾਇਆ ਜਾਂਦਾ ਹੈ ਤੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਿਆ ਜਾਂਦਾ ਹੈ। ਫਿਰ ਸੁਣ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਮੰਨਣ ਨਿਧਿਆਸਣ ਕਮਾਈ ਕਰੀਏ ਤੇ ਫਿਰ ਭਾਵ ਪ੍ਰਕਾਸ਼ ਅੰਦਰ ਜਿਹੜਾ ਨਾ ਉਹ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਗਾਵੀਏ ਤੇ ਭਾਵਨਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਹਾਜ਼ਰ ਨਾਜ਼ਰ ਪ੍ਰਤੱਖ ਸੁਣ ਰਹੇ ਨੇ ਤੇ ਉਹਨਾਂ ਦਾ ਸੇਵਕ ਬਣ ਕੇ ਮੈਂ ਸੁਣਾ ਰਿਹਾ ਹਾਂ, ਜਾਂ ਕਿ ਮੈਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠਾ ਹਾਂ, ਸਤਿਗੁਰੂ ਜੀ ਆਪ ਉਚਾਰ ਕੇ
ਸੁਣ ਰਹੇ ਨੇ। ਤੇ ਇਉਂ ਭਾਉ ਸਰਦਾ ਭਾਵਨਾ ਪ੍ਰੇਮ ਭੈ ਰੱਖੀਏ ਤਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਕਾਸ਼ ਜਿਹੜਾ ਨਾ ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਜਦੋਂ ਇਉਂ ਗਾਵੀਏ, ਆਪ ਵੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੀਏ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸੁਣਨ ਦੇ ਨਾਲ ਮਨ ਵਿੱਚ ਪ੍ਰੇਮ ਦੀ ਦਾਤ ਜਿਹੜੀ ਹੈ ਨਾ ਉਹ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਨਾਲ ਪ੍ਰੇਮ ਲੱਗ ਜਾਂਦਾ ਹੈ। ਜਦੋਂ ਸਿਮਰਨ ਇਉਂ ਕਰੀਏ, ਬਾਣੀ ਪੜ੍ਹੀਏ ਤਾਂ ਆਪਣੇ ਕੰਨਾਂ ਨੂੰ ਸੁਣਾਉਂਦੇ ਰਹੋ। ਜਦੋਂ ਆਪਣੇ ਕੰਨ ਸੁਣਨਗੇ ਤਾਂ ਮਨ ਇਕਾਗਰ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਏਕ ਚਿੱਤ ਜਹੇ ਇੱਕ ਛਿਨ ਧਿਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਗਾਵੀਏ, ਕੰਨਾਂ ਨਾਲ ਸੁਣੀਏ ਤੇ ਮਨ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਧਾਰਨ ਕਰੀਏ। ਤੇ ਜੇ ਆਪਾਂ ਨੂੰ ਗਾ ਰਹੇ ਹਾਂ ਤੇ ਉਹ ਪ੍ਰਯੋਜਨ ਕੀ ਹੈ ਸਾਡਾ ਗਾਉਣ ਦਾ? ਜੇ ਤਾਂ ਕਿਉਂਕਿ ਮਨ 'ਚ ਕਈ ਸ਼ੰਕਾ ਪੈਦਾ ਕਰ ਲੈਂਦੇ, ਫਿਰ ਇੰਨਾ ਜਿਹੜਾ ਮਹਾਰਾਜ ਦੀ ਬਾਣੀ ਨੂੰ ਗਾਉਂਦੇ ਆ ਉਹਨਾਂ ਨੂੰ ਕਿਉਂ ਨਹੀਂ ਪ੍ਰੇਮ ਪ੍ਰਾਪਤ ਹੁੰਦਾ? ਕਿਉਂਕਿ ਸਾਡਾ ਪ੍ਰਯੋਜਨ ਕੀ ਹੈ, ਮਨ ਦਾ ਮਨੋਰਥ ਕੀ ਹੈ, ਪਿੱਛੇ ਸਾਡੀ ਇੱਛਾ ਕੀ ਛਿਪੀ ਹੋਈ ਹੈ? ਜੇ ਤਾਂ ਮਾਇਆ ਦੀ ਪ੍ਰਾਪਤੀ ਦੀ ਇੱਛਾ ਛਿਪੀ ਹੋਈ ਹੈ ਤੇ ਫਿਰ ਉਹ ਭਾਵ ਪ੍ਰਕਾਸ਼ ਨਹੀਂ ਅੰਦਰ ਉਤਪੰਨ ਹੋਵੇਗਾ। ਜਿਸ ਇੱਛਾ ਪੂਰਤੀ ਵਾਸਤੇ ਅਸੀਂ ਨਾਮ ਨੂੰ ਗਾਉਂਦੇ ਹਾਂ ਜਾਂ ਕੰਨਾਂ ਨਾਲ ਸੁਣਦੇ ਹਾਂ, ਨਾਮ ਨਾਲ ਉਸੇ ਤਰ੍ਹਾਂ ਦੀ ਇੱਛਾ ਜਿਹੜੀ ਸਾਡੀ ਉਹ ਪੂਰੀ ਹੋ ਜਾਂਦੀ ਹੈ। ਤੇ ਜੇ ਕਰਕੇ ਪ੍ਰੇਮ ਧਾਰ ਕੇ ਵਾਹਿਗੁਰੂ ਨੂੰ ਮਿਲਣ ਵਾਸਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਨੂੰ ਜੇ ਗਾਵੀਏ, ਉਹਨਾਂ ਉਹ ਪਰਮੇਸ਼ਰ ਨੂੰ ਗੁਣਾਂ ਦਾ ਨਿਧਾਨ ਖਜ਼ਾਨਾ ਜਾਣ ਕਰਕੇ ਕਿ ਆਪਣੇ ਮੁਕਤ ਹੋਣ ਵਾਸਤੇ, ਵਾਹਿਗੁਰੂ ਨਾਲ ਪ੍ਰੇਮ ਪਾਉਣ ਵਾਸਤੇ ਗਾਵੀਏ, ਕੰਨਾਂ ਨਾਲ ਸੁਣੀਏ ਤੇ ਫਿਰ ਮਨ ਦੇ ਅੰਦਰ ਪ੍ਰਕਾਸ਼ ਜਿਹੜਾ ਨਾ ਉਹ ਪ੍ਰਾਪਤ ਹੁੰਦਾ ਹੈ। ਫਿਰ ਪ੍ਰੇਮ ਦੀ ਦਾਤ ਜਿਹੜੀ ਹੈ ਨਾ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦਾ ਹੋਰ ਵੀ ਕੋਈ ਫਲ ਪ੍ਰਾਪਤ ਹੁੰਦਾ ਹੈ? ਮਹਾਰਾਜ ਕਹਿੰਦੇ ਹਾਂ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੜੇ ਦੁੱਖ ਹਨ ਜੰਮਣ ਮਰਨ ਆਦਿ ਦੇ, ਉਹ ਸਾਰੇ ਪਰ ਹਰ ਦੂਰ ਹੋ ਜਾਂਦੇ। ਇਹੋ ਜਿਹੇ ਦੁੱਖ ਜਿਹੜੇ ਜੀਵ ਨੂੰ ਬਾਰ-ਬਾਰ ਜਨਮ ਲੈਣਾ ਪੈਂਦਾ ਤੇ ਬਾਰ-ਬਾਰ ਜਿਹੜਾ ਹੈ ਫਿਰ ਉਹਦੀ ਮੌਤ ਹੁੰਦੀ ਹੈ ਸਰੀਰ ਦੀ। ਸੱਚੇ ਪਾਤਸ਼ਾਹ ਕਹਿੰਦੇ ਆਤਮਿਕ ਆਨੰਦ ਰੂਪੀ ਸੁੱਖ ਨੂੰ ਲੈ ਕਰਕੇ ਪਰਲੋਕ ਰੂਪੀ ਘਰ ਵਿੱਚ ਜਾਈਦਾ ਹੈ। ਜਦੋਂ ਜੀਵ ਇਸ ਸੰਸਾਰ ਨੂੰ ਛੱਡ ਕੇ ਤੁਰਦਾ ਨਾ, ਫਿਰ ਆਤਮਿਕ ਆਨੰਦ ਰੂਪੀ ਸੁੱਖ ਲੈ ਕੇ ਪਰਲੋਕ ਰੂਪੀ ਘਰ ਨੂੰ ਇਹ ਜੀਵ ਜਾਂਦਾ ਹੈ। ਕਿਸ ਸਾਧਨ ਨਾਲ? ਜੇ ਪਿਆਰ ਨਾਲ ਮਹਾਰਾਜ ਦੀ ਬਾਣੀ ਨੂੰ ਗਾਵੇ, ਵਾਹਿਗੁਰੂ ਜੀ ਨੂੰ ਗੁਣਾਂ ਦਾ ਨਿਧਾਨ ਖਜ਼ਾਨਾ ਜਾਣ ਕਰਕੇ ਸੁਣੇ, ਨਾਮ ਦੀ ਉਸਤਤ ਕੰਨਾਂ ਦੇ ਨਾਲ ਮਨ ਵਿੱਚ ਪ੍ਰੇਮ ਧਾਰਨ ਕਰੇ ਤੇ ਫਿਰ ਸਾਰੇ ਦੁੱਖ, ਚਾਹੇ ਉਹ ਸਰੀਰਕ ਰੋਗ ਨੇ, ਚਾਹੇ ਮਾਨਸਿਕ ਪੀੜਾ ਹਨ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰੇ ਜਿਹੜੇ ਆ ਨਾ ਉਹ ਨਾਸ਼ ਹੋ ਜਾਂਦੇ ਆ ਤੇ ਆਪਣੇ ਹਿਰਦੇ ਰੂਪੀ ਘਰ ਵਿੱਚ ਜੀਵ ਜਿਹੜਾ ਨਾ ਉਹ ਚਲਿਆ ਜਾਂਦਾ, ਭਾਵ ਆਪਣੇ ਬਿਰਤੀ ਉਹਦੀ ਅੰਤਰਮੁਖੀ ਹੋ ਜਾਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਆਪਣੇ ਅੰਦਰ ਹੀ ਜਿਹੜਾ ਹੈ ਨਾ ਇੰਨਾ ਸੁੱਖ ਨੂੰ ਅਨੁਭਵ ਕਰਦਾ ਹੈ ਕਿ ਬਾਹਰ ਵੇਖਣ ਦੀ ਉਹਨੂੰ ਚੇਸ਼ਟਾ ਨਹੀਂ ਰਹਿ ਜਾਂਦੀ। ਫਿਰ ਇਉਂ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਰੂਪੀ ਘਰ ਵਿੱਚ ਵੀ ਉਹ ਜਾਏ ਚਲੇ ਜਾਂਦੇ ਹਨ, ਅੰਤਰਮੁਖੀ ਬਿਰਤੀ ਉਹਨਾਂ ਦੀ ਹੋ ਜਾਂਦੀ ਹੈ। ਬਾਹਰ ਭੌਂ ਕੇ ਮੁੜ ਕੇ ਸੰਸਾਰ ਵੱਲ ਉਹ ਸੰਸਾਰ ਦੇ ਰਸਾਂ ਨੂੰ ਨਹੀਂ ਤੱਕਦੇ ਤੇ ਜੇ ਸੰਸਾਰ ਵੱਲ ਵੇਖਦੇ ਵੀ ਹੈ ਤੇ ਉਹਨਾਂ ਨੂੰ ਅੰਦਰ ਬਾਹਰ ਵਾਹਿਗੁਰੂ ਜੀ ਦਾ ਸਰੂਪ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਫਿਰ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਸਾਹਿਬ ਜੀ ਇਹ ਜਿਹੜਾ ਗਾਈਦਾ ਕਿਸ ਪ੍ਰਕਾਰ ਗਾਉਣਾ ਚਾਹੀਦਾ ਹੈ? ਫਿਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰਮੁਖ ਨਾਦੰ, ਮੁਖੀ ਗੁਰਾਂ ਦੇ ਨਾਦ ਸ਼ਬਦ ਉਪਦੇਸ਼ ਦੁਆਰਾ ਗਾਈਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿਉਂਕਿ ਜੇ ਕੋਈ ਕਹੇ ਕਿ ਮੈਂ ਗੁਰੂ ਧਾਰਨ ਕਰਨ ਦੀ ਲੋੜ ਕੀ ਹੈ, ਮੈਂ ਤਾਂ ਆਪੇ ਹੀ ਨਾਮ ਜਪ ਲੂੰਗਾ, ਵਾਹਿਗੁਰੂ ਵਾਹਿਗੁਰੂ ਆਖਣਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਗੁਰੂ ਜੀ ਦੇ ਮੁਖ ਤੋਂ ਨਾਦ ਸ਼ਬਦ ਉਪਦੇਸ਼ ਪ੍ਰਗਟ ਹੋਇਆ ਨਾ ਉਹ ਲਈਦਾ ਹੈ। ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਪ੍ਰਪਾਟੀ ਚਲਾਈ ਹੈ ਨਾ ਕਿ ਜਦੋਂ ਅੰਮ੍ਰਿਤ ਛਕੀਦਾ ਹੈ ਉਦੋਂ ਪੰਜ ਪਿਆਰੇ ਗੁਰੂ ਸਾਹਿਬ ਆਪਣੇ ਮੁਖ ਤੋਂ ਸ਼ਬਦ ਦਾ ਨਾਦ ਪ੍ਰਗਟ ਕਰਦੇ ਹਨ
ਗੁਰ ਮੰਤਰ ਬਖਸ਼ਿਸ਼ ਕਰਦੇ ਆ, ਮੂਲ ਮੰਤਰ ਬਖਸ਼ਿਸ਼ ਕਰਦੇ ਆ। ਤੇ ਜਿਨ੍ਹਾਂ ਸਤਿਗੁਰੂ ਜੀ ਦੀ ਆਗਿਆ ਮੁਤਾਬਕ ਪੰਜਾਂ ਪਿਆਰਿਆਂ ਤੋਂ ਦੀਕਸ਼ਾ ਮੰਤਰ ਲਿਆ ਹੀ ਨਹੀਂ, ਵਾਹਿਗੁਰੂ ਮੰਤਰ ਮੂਲ ਮੰਤਰ ਲਿਆ ਹੀ ਨਹੀਂ, ਤੇ ਉਹ ਫਿਰ ਗਾਵੇਗਾ ਕਿਵੇਂ? ਇਸ ਕਰਕੇ ਦੀਕਸ਼ਾ ਮੰਤਰ ਜਿਹੜਾ ਨਾ ਉਹ ਲੈਣਾ ਬਹੁਤ ਜ਼ਰੂਰੀ ਹੈ। ਭਾਵੇਂ ਕਿ ਸੰਸਾਰ ਦੇ ਅੰਦਰ ਕਿੰਨੇ ਧਰਮ ਨੇ ਤੇ ਪਰਮੇਸ਼ਰ ਦੇ ਮਿਲਣ ਦੀ ਸਿੱਖਿਆ ਦ੍ਰਿੜਾਈ ਜਾਂਦੀ ਹੈ, ਸਾਰੇ ਹੀ ਧਰਮਾਂ ਵਿੱਚ ਵਿਧੀ ਵਿਧਾਨ ਇਹੀ ਹੈ ਕਿ ਗੁਰੂ ਧਾਰਨ ਕਰਨਾ ਪੈਂਦਾ ਹੈ। ਗੁਰੂ ਧਾਰਨ ਕੀਤੇ ਤੋਂ ਬਿਨਾਂ ਜਿਹੜੀ ਹੈ ਉਹ ਪ੍ਰਾਪਤੀ ਨਹੀਂ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਗਾਉਣ ਦਾ ਤਰੀਕਾ ਨਾ ਮਨ ਦੇ ਅੰਦਰ ਭਾਵਨਾ ਪ੍ਰਗਟ ਹੋਵੇ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਬਚਨ ਕਹੇ ਹਨ ਕਿ ਸਤਿਗੁਰੂ ਜੀ ਦੀ ਆਗਿਆ ਮੰਨਣੀ ਚਾਹੀਦੀ ਹੈ। ਤੇ ਜੇ ਕਰਕੇ ਆਪਾਂ ਮਹਾਰਾਜ ਦੀ ਆਗਿਆ ਨਾ ਮੰਨੀਏ ਕਿ ਕੋਈ ਗੱਲ ਨਹੀਂ, ਅੰਮ੍ਰਿਤ ਛਕਣ ਨਾਲ ਕੋਈ ਬਹੁਤਾ ਜਿਹੜਾ ਹੈ ਨਾਮ ਜਪ ਲਈਦਾ ਹੈ, ਤਾਂ ਇਹ ਜਿਹੜੇ ਨਹੀਂ ਮਹਾਰਾਜ ਦਾ ਨਾਮ ਅੰਮ੍ਰਿਤ ਵੀ ਤੇ ਪ੍ਰਤੱਖ ਖੰਡੇ ਦਾ ਅੰਮ੍ਰਿਤ ਵੀ ਜਿਹੜੇ ਨਹੀਂ ਛਕਣੇ ਚਾਹੁੰਦੇ, ਉਹ ਇਹੋ ਜਿਹੀਆਂ ਨਾਸਤਿਕਪੁਣੇ ਵਾਲੀਆਂ ਗੱਲਾਂ ਕਰਕੇ ਤੇ ਜੀਵ ਦਾ ਮਨ ਤੋੜ ਦਿੰਦੇ ਆ। ਤੇ ਇਸ ਕਰਕੇ ਮਨੁੱਖ ਨੂੰ ਤਕਰੀਬਨ ਸਿੱਖ ਧਰਮ 'ਚ ਵੀ ਇੰਨਾ ਜ਼ਿਆਦਾ ਜਿਹੜਾ ਹੈ ਉਹ ਬੇਮੁਖਤਾਈ ਵਾਲੀ ਰੌਂ ਹੈ ਕਿ ਗੁਰੂ ਜੀ ਦਾ ਉਪਦੇਸ਼ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦੇ, ਜਿਸ ਕਰਕੇ ਕਿ ਫਿਰ ਗਾਵਿਆ ਥਾਂ ਨਹੀਂ ਪੈਂਦਾ ਹੈ। ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਹੜੀ ਸ਼੍ਰੋਮਣੀ ਬਾਣੀ ਆ ਗੁਰੂ ਸਾਹਿਬ ਦੀ, ਉਹ ਗਾਓ, ਜਿਹੜੀ ਮਹਾਰਾਜ ਸਾਹਿਬ ਜੀ ਦੇ ਮੁਖ ਤੋਂ ਨਾਦ ਉਪਦੇਸ਼ ਦੁਆਰਾ ਸਤਿਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਉਪਦੇਸ਼ ਦਿੱਤਾ ਹੈ ਲੋਕਾਈ ਨੂੰ। ਤੇ ਇਹ ਮਹਾਰਾਜ ਦੇ ਮੁਖ ਤੋਂ ਜਿਹੜਾ ਹੈ ਨਾਦ ਪ੍ਰਗਟ ਹੋਇਆ, ਸ਼ਬਦ ਪ੍ਰਗਟ ਹੋਇਆ, ਇਸ ਦੇ ਦੁਆਰਾ ਸੱਚੇ ਪਾਤਸ਼ਾਹ ਕਹਿੰਦੇ ਉਸ ਨਿਰੰਕਾਰ ਨੂੰ ਗਾਇਆ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਦੇ ਕੋਲ ਪ੍ਰਸ਼ਨ ਕਰਦੇ ਆ ਮਹਾਰਾਜ, ਜਿਹੜਾ ਹੈ ਉਪਦੇਸ਼ ਇਹ ਤਾਂ ਵੇਦਾਂ ਵਿੱਚ ਦਿੱਤਾ ਹੋਇਆ ਹੈ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਮੁਖ ਵੇਦੰ। ਇਸ ਦੋ ਜਿਹੜਾ ਗੁਰੂ ਜੀ ਦਾ ਮੁਖ ਹੈ ਨਾ, ਸਤਿਗੁਰੂ ਜੀ ਦਾ, ਇਸ ਮੁਖ ਵਿੱਚ ਹੀ ਸਾਰੇ ਵੇਦਾਂ ਦਾ ਗਿਆਨ ਛੁਪਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰੂ ਜੀ ਦੇ ਮੁਖ ਵਿੱਚ ਹੀ ਵੇਦੰਗ ਜਿਹੜਾ ਗਿਆਨ ਹੈ ਨਾ, ਉਹ ਗੁਰੂ ਜੀ ਦੇ ਮੁਖ ਤੋਂ ਪ੍ਰਗਟ ਹੁੰਦਾ ਹੈ। ਜਦੋਂ ਆਪਾਂ ਸ਼ਬਦ ਦੀ ਧੁਨ ਨੂੰ ਜਿਹੜਾ ਹੈ ਉਹ ਸੁਣਦੇ ਆ, ਜਾਂ ਸ਼ਬਦ ਜਿਹੜਾ ਗੁਰੂ ਜੀ ਦੇ ਮੁਖ ਤੋਂ ਪ੍ਰਗਟ ਹੋਇਆ ਉਹਨੂੰ ਗਾਉਂਦੇ ਆ, ਤਾਂ ਫਿਰ ਸਾਨੂੰ ਜਿਹੜਾ ਨਾ ਉਹ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਜਿਹੜਾ ਗੁਰੂ ਜੀ ਦੇ ਮੁਖ ਦੁਆਰਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪ੍ਰਗਟ ਹੁੰਦਾ ਹੈ। ਸਾਰੇ ਵੇਦ ਵੀ, ਵੇਦਾਂ ਦਾ ਗਿਆਨ ਵੀ ਇਹ ਗੁਰੂ ਜੀ ਦੇ ਮੁਖ ਵਿੱਚ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਮਾ ਰਿਹਾ ਹੈ। ਤੇ ਫਿਰ ਸਿੱਧਾ ਪ੍ਰਸ਼ਨ ਕੀਤਾ, ਹੇ ਮਹਾਰਾਜ, ਕਹਿੰਦੇ ਹਨ ਕਿ ਜਿਹੜਾ ਈਸ਼ਰ ਦੇ ਮੁਖ ਵਿੱਚੋਂ ਵੇਦ ਨਿਕਲੇ ਹਨ ਤੇ ਆਪ ਜੀ ਸਤਿਗੁਰਾਂ ਦੇ ਮੁਖ ਵਿੱਚੋਂ ਦੱਸਦੇ ਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਰਹਿਆ ਸਮਾਈ। ਇਹ ਸਿੱਧੋ ਜੋ ਮੁਖੀ ਪਰਮੇਸ਼ਰ ਹੈ ਉਸ ਦੇ ਵਿੱਚ ਹੀ ਜਿਹੜਾ ਹੈ ਨਾ ਉਹ ਗੁਰੂ ਸਾਹਿਬ ਸਮਾ ਰਹੇ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਉਹ ਪਰਮੇਸ਼ਰ ਗੁਰਾਂ ਵਿੱਚ ਅਭੇਦ ਹੋ ਰਿਹਾ ਹੈ ਤੇ ਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਰਿਹਾ ਹੈ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਭਾਇਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰਮੁਖ ਗੁਰੂ ਜੀ ਦੇ ਮੁਖ ਵਿੱਚ ਹੀ ਪਰਮੇਸ਼ਰ ਜਿਹੜਾ ਨਾ ਉਹ ਸਮਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੋ ਸ਼ਿਵ ਜੀ ਤੋਂ ਜਾਂ ਬ੍ਰਹਮਾ ਤੋਂ ਜਾਂ ਵਿਸ਼ਨੂੰ ਤੋਂ ਸਿੱਖਿਆਵਾਂ ਜਿਹੜੀਆਂ ਮੰਨਦੇ ਹਨ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਸਭ ਪਰਮੇਸ਼ਰ ਤੋਂ ਪ੍ਰਗਟ ਹੋਇਆ ਹੈ। ਤੇ ਪਰਮੇਸ਼ਰ ਜੋ ਹੈ ਉਹ ਗੁਰੂ ਜੀ ਦੇ ਮੁਖ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਮਾ ਰਿਹਾ ਹੈ। ਗੁਰੂ ਜੀ ਪਰਮੇਸ਼ਰ ਰੂਪ ਹਨ, ਪਰਮੇਸ਼ਰ ਹੀ ਆਪ ਗੁਰੂ ਰੂਪ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਉਹ ਜੋ ਪਰਮੇਸ਼ਰ ਹੈ ਨਾ ਵਾਹਿਗੁਰੂ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਗੁਰੂ ਜੀ ਦੇ ਮੁਖ ਦੁਆਰਾ ਉਸ ਪਰਮੇਸ਼ਰ ਦਾ ਜਿਹੜਾ ਗਿਆਨ ਹੈ ਨਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਗਟ ਹੋ ਰਿਹਾ ਹੈ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਉੱਪਰ ਭਾਵਨਾ ਕਰਕੇ ਪਰਮੇਸ਼ਰ ਨੂੰ ਗਾਇਨ ਕੀਤਾ ਹੈ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਭਾਈ ਅਨੁਭਵ ਜਿਹੜਾ ਹੈ ਨਾ, ਅਨੁਭਵੀ ਗਿਆਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜਿਹੜਾ ਹੈ ਨਾਦ ਸ਼ਬਦ ਉਹ ਗੁਰੂ ਜੀ ਦੇ ਮੁਖ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ।
गुरु जी तो बिना कोई मंत्र शब्द जिहड़ा वो दे नहीं सकदा। इस करके गुरु धारण करना जिहड़ा ना वो बहुत जरूरी है। इउं सच्चे पातशाह जी महाराज कहंदे आ कि जिहड़ा शिव जी दा भी गुरु है, गोरख दा भी गुरु है। इउं सच्चे पातशाह जी महाराज ने आख्या ना, गुर ईसर गुर गोरख बर्मा गुर। ਇਹਦਾ ਵਿਸ਼ਰਾਮ ਇੱਥੇ ਲਾਉਣਾ ਖਿਆਲ ਨਾਲ, ਕਿਉਂਕਿ ਜਿਹੜਾ ਚਾਲ ਦੇ ਨਾਲ ਵਿਸ਼ਰਾਮ ਜਿਹੜਾ ਉਹ ਇਸ ਪ੍ਰਕਾਰ ਕਈ ਵਾਰੀ ਲਾ ਦਿੰਦੇ ਆ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਇਉਂ ਲਾਉਂਦੇ ਵਿਸ਼ਰਾਮ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹ ਵਿਸ਼ਰਾਮ ਗਲਤ ਹੈ। ਜਿਹੜਾ ਵਿਸ਼ਰਾਮ ਸੁੱਧ ਵਾ ਉਹ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧਾ ਨੇ ਇਹ ਪ੍ਰਸ਼ਨ ਕੀਤਾ ਸੀ ਕਿ ਫਿਰ ਗਰੀਬ ਨਵਾਜ ਜੀ, ਸਤਿਗੁਰੂ ਪਰਮੇਸ਼ਰ ਦਾ ਸਰੂਪ ਕੈਸਾ ਹੈ, ਆਪ ਕਿਰਪਾ ਕਰਕੇ ਦੱਸੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਹੇ ਸਿੱਧੋ, ਉਹ ਈਸ਼ਰ ਜਿਹੜਾ ਸ਼ਿਵ ਜੀ ਹੈ ਨਾ, ਉਹਦਾ ਵੀ ਗੁਰੂ ਹੈ ਪਰਮੇਸ਼ਰ, ਗੋਰਖ ਦਾ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਹੈ। ਜਿਹੜਾ ਇਸ ਪ੍ਰਕਾਰ ਵਿਸ਼ਨੂੰ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦਾ ਵੀ ਪਰਮੇਸ਼ਰ ਜਿਹੜਾ ਨਾ ਉਹ ਗੁਰੂ ਹੈ। ਤੇ ਬਰਮਾ ਦਾ ਵੀ, ਬ੍ਰਹਮਾ ਦਾ ਭਾਵ ਜਿਹੜੇ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲੇ ਬ੍ਰਹਮਾ ਜੀ ਹੈ, ਉਹਨਾਂ ਦਾ ਵੀ ਗੁਰੂ ਹੈ। ਤੇ ਪਾਰਬਤੀ ਮਾਈ, ਪਾਰਬਤੀ ਸ਼ਕਤੀ ਹੈ ਸ਼ਿਵਾਂ ਦੀ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦਾ ਵੀ ਜਿਹੜਾ ਹੈ ਨਾ ਗੁਰੂ ਉਹ ਪਰਮੇਸ਼ਰ ਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ, ਗੁਰੂ ਉਹ ਇਸ ਪ੍ਰਕਾਰ ਜੋ ਜਿਹੜੇ ਆ ਵੇਦਾਂ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਉਹ ਬ੍ਰਹਮਾ, ਗੁਰੂ ਉਹ ਵਿਸ਼ਨੂੰ, ਗੁਰੂ ਉਹ ਦੇਵ ਮਹੇਸ਼ਰਾ, ਗੁਰੂ ਉਹ ਸਾਖਸ਼ਾਤ ਪਾਰ ਬ੍ਰਹਮ ਪਰਮੇਸ਼ਰ, ਤਸਮਈ ਸ੍ਰੀ ਗੁਰੂ ਦੇਵ ਨਮः। ਇਸ ਕਰਕੇ ਕਹਿੰਦੇ ਆ ਭਾਈ ਉਹ ਬ੍ਰਹਮਾ ਦਾ ਵੀ ਗੁਰੂ ਹੈ, ਵਿਸ਼ਨੂੰ ਦਾ ਵੀ ਗੁਰੂ ਹੈ, ਤੇ ਇਸ ਪ੍ਰਕਾਰ ਸ਼ਿਵ ਜੀ ਦਾ ਵੀ ਗੁਰੂ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਉਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਦੇ ਅੰਦਰ ਸਮਾ ਰਿਹਾ ਹੈ। ਸਿੱਧਾ ਨੇ ਪ੍ਰਸ਼ਨ ਕੀਤਾ ਕਿ ਤੁਸੀਂ ਨਿਰੰਜਨ ਤੋਂ ਹੇਠਾਂ ਈਸ਼ਵਰ, ਸ਼ਿਵ, ਵਿਸ਼ਨੂੰ, ਬ੍ਰਹਮਾ ਆਦਿ ਜਿਹੜੀਆਂ ਸ਼ਕਤੀਆਂ, ਪਾਰਬਤੀ, ਲక్ష్ਮੀ, ਸਰਸਵਤੀ ਆਦਿ ਸ਼ਕਤੀਆਂ ਨੂੰ ਨਹੀਂ ਮੰਨਦੇ ਹੋ। ਤਾਂ ਸਤਿਗੁਰੂ ਜੀ ਨੇ ਕਿਹਾ, ਹੈ ਸਿੱਧੋ, ਗੁਰੂ ਹੀ ਮੇਰਾ ਸ਼ਿਵ ਹੈ, ਗੁਰੂ ਹੀ ਮੇਰਾ ਵਿਸ਼ਨੂੰ ਹੈ, ਗੁਰੂ ਹੀ ਮੇਰਾ ਬ੍ਰਹਮਾ ਹੈ, ਗੁਰੂ ਹੀ ਮੇਰੀ ਪਾਰਬਤੀ, ਲక్ష్ਮੀ ਤੇ ਸਰਸਵਤੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸਾਰੇ ਤਰ੍ਹਾਂ ਇਹਨਾਂ ਦਾ ਪੂਜਨ ਕਰਦੇ ਆ ਨਾ, ਸਾਡੇ ਲਈ ਤਾਂ ਮਹਾਰਾਜ ਕਹਿੰਦੇ ਗੁਰੂ ਹੀ ਈਸ਼ਰ ਰੂਪ ਹੈ, ਗੁਰੂ ਹੀ ਰੂਪ ਹੈ, ਗੁਰੂ ਹੀ ਬ੍ਰਹਮਾ ਰੂਪ ਹੈ, ਤੇ ਗੁਰੂ ਹੀ ਮਹਾਰਾਜ ਕਹਿੰਦੇ ਭਾਈ ਪਾਰਬਤੀ ਮਾਈ, ਪਾਰਬਤੀ ਦੀ ਨਿਆਈ ਵੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਸ਼ਿਵਾਂ ਦੀ ਸ਼ਕਤੀ ਹੈ ਉਹ ਸਾਡੇ ਵਾਸਤੇ ਸਾਡੇ ਗੁਰੂ ਸਾਹਿਬ ਹੀ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ। ਫਿਰ ਸਿੱਧਾ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪ੍ਰਸ਼ਨ ਕੀਤਾ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ ਕਿ ਮਹਾਰਾਜ ਤੁਹਾਡਾ ਨਿਸ਼ਚਾ ਤਾਂ ਫਿਰ ਇੱਕ ਜਿਹੜਾ ਹੈ ਉਹ ਗੁਰੂ ਵਿੱਚ ਹੀ ਤੁਸੀਂ ਕਥਨ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਾਂ, ਗੁਰੂ ਪਰਮੇਸ਼ਰ ਰੂਪ ਹੈ ਤੇ ਪਰਮੇਸ਼ਰ ਗੁਰੂ ਰੂਪ ਹਨ। ਇਸ ਕਰਕੇ ਮਹਾਰਾਜ ਕਹਿੰਦੇ ਸਾਡਾ ਨਿਸ਼ਚਾ ਜਿਹੜਾ ਨਾ ਉਹ ਕੇਵਲ ਤੇ ਕੇਵਲ ਪਰਮੇਸ਼ਰ ਵਿੱਚ ਹੈ। ਗੁਰ ਈਸਰ, ਗੁਰੂ ਸਾਹਿਬ ਜੀ ਸ਼ਿਵ ਜੀ ਦੀ ਨਿਆਈ ਹਨ। ਜਿਵੇਂ ਸ਼ਿਵ ਜੀ ਸ੍ਰਿਸ਼ਟੀ ਨੂੰ ਸੰਘਾਰਨ ਦਾ ਕੰਮ ਕਰਦਾ, ਸਤਿਗੁਰੂ ਸਾਹਿਬ ਜੀ ਸਿੱਖਾਂ ਦੇ ਵਿਕਾਰ ਸੰਘਾਰ ਦਿੰਦੇ ਆ, ਨਾਸ਼ ਕਰ ਦਿੰਦੇ ਅੰਦਰੋਂ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਇਉਂ ਜਿਵੇਂ ਸ਼ਿਵ ਜੀ ਸੰਘਾਰ ਕਰਦਾ ਨਾ, ਗੁਰੂ ਜੀ ਈਸਰ ਸ਼ਿਵ ਜੀ ਦੀ ਨਿਆਈ ਕਿਵੇਂ ਹਨ? ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੇ ਅੰਦਰੋਂ ਵਿਕਾਰਾਂ ਦਾ ਸੰਘਾਰ ਕਰ ਦਿੰਦੇ ਆ, ਨਾਸ਼ ਕਰ ਦਿੰਦੇ ਆ। ਫਿਰ ਗੁਰ ਗੋਰਖ ਸਤਿਗੁਰੂ ਜੀ ਪ੍ਰਿਥਵੀ ਦੀ ਰੱਖ ਰੱਖਿਆ ਕਰਨ ਵਾਲੇ ਆ। ਜੋ ਗੋ ਰੱਖ, ਗੋ ਦਾ ਅਰਥ ਹੁੰਦਾ ਪ੍ਰਿਥਵੀ, ਰੱਖ ਦਾ ਅਰਥ ਰੱਖਿਆ ਕਰਨ ਵਾਲੇ। ਵਿਸ਼ਨੂੰ ਭਗਵਾਨ ਦੀ ਨਿਆਈ ਹਨ, ਕਿਉਂਕਿ ਉਹ ਪਾਲਣਾ ਕਰਦਾ ਨਾ ਵਿਸ਼ਨੂੰ। ਇਉਂ ਸਤਿਗੁਰੂ ਜੀ ਸਿੱਖਾਂ ਦੇ ਹਿਰਦੇ ਵਿੱਚ ਗਿਆਨ, ਸਤ, ਸੰਤੋਖ, ਸੁਭ ਗੁਣਾਂ ਦੀ ਮਹਾਰਾਜ ਪਾਲਣਾ ਕਰਨ ਵਾਲੇ ਆ। ਤੇ ਫਿਰ ਬ੍ਰਹਮਾ ਗੁਰ, ਸਤਿਗੁਰੂ ਜੀ ਬ੍ਰਹਮਾ ਦੀ ਨਿਆਈ। ਜਿਵੇਂ ਬ੍ਰਹਮਾ ਜੀ ਸ੍ਰਿਸ਼ਟੀ ਨੂੰ ਪੈਦਾ ਕਰਦੇ ਹਨ, ਸਤਿਗੁਰੂ ਸਾਹਿਬ ਜੀ ਅੰਦਰ ਸੁਭ ਗੁਣ, ਬੈਰਾਗ, ਵਿਵੇਕ, ਇਹ ਮੁਕਤੀ ਦੀ ਇੱਛਾ, ਸਰਵਣ, ਮੰਨਣ, ਅਧਿਆਸਣ ਆਦਿਕ ਸਿੱਖਾਂ ਦੇ ਅੰਦਰ ਮਹਾਰਾਜ ਗੁਣ ਪੈਦਾ ਕਰ ਦਿੰਦੇ ਆ। ਪਾਰਬਤੀ ਮਾਈ, ਸਤਿਗੁਰੂ ਸਾਹਿਬ ਜੀ ਪਾਰਬਤੀ ਦੀ ਨਿਆਈ ਹਨ। ਪਾਰਬਤੀ ਦਾ ਨਿਸ਼ਚਾ ਅਡੋਲ ਸੀ। ਇਹ ਪਹਿਲੇ ਜਨਮ ਵਿੱਚ ਇਹਦਾ ਨਾਮ ਨਾ ਸਤੀ ਸੀਗਾ, ਇਹ 10 ਪ੍ਰਜਾਪਤ ਦੀ ਪੁੱਤਰੀ ਸੀਗੀ। ਤੇ ਜਦੋਂ ਇਹ ਸਾਖੀ ਬੜੀ ਲੰਬੀ ਹੈ ਤੇ ਇਸ ਪ੍ਰਕਾਰ ਇਹਦਾ ਜਿਹੜਾ ਨਾ ਇਹ ਜਨਮ ਤੇ ਜਨਮ ਕਈ ਜਨਮ ਧਾਰ ਲੈਂਦੀ। ਜਿਵੇਂ
ਜਿਹੜੇ ਸ਼ਿਵਜੀ ਜੀ ਦੇ ਕਹਿੰਦੇ ਗਲਾਂ 'ਚ ਜਿਹੜੀ ਮਾਲਾ ਸੀ ਨਾ, ਉਹ ਮਾਲਾ ਦੇ ਫੁੱਲ ਜਿਹੜੇ ਸੀ ਨਾ, ਉਨੀ ਵਾਰ ਕਹਿੰਦੇ ਪਾਰਵਤੀ ਨੇ ਜਨਮ ਧਾਰ ਕੇ ਜਿਹੜਾ ਸ਼ਿਵਾ ਨੂੰ ਵਰਿਆ ਸੀਗਾ। ਤੇ ਇਸ ਪ੍ਰਕਾਰ ਨਾਰਦ ਨੇ ਜਿਹੜਾ ਸੀ ਉਹ ਪਾਰਵਤੀ ਨੂੰ ਕਿਹਾ ਕਿ ਉਹ ਸ਼ਿਵਜੀ ਤੇ ਅੱਕ ਧਤੂਰਾ ਖਾਂਦਾ ਹੈ, ਸੱਪਾਂ ਨੂੰ ਗਲ ਵਿੱਚ ਪਾਉਂਦਾ, ਤੂੰ ਵਿਸ਼ਨੂੰ ਨੂੰ ਵਰ ਲੈ। ਤੇ ਪਾਰਵਤੀ ਨੇ ਫਿਰ ਆਪਣਾ ਜਿਹੜਾ ਨਾ ਨਿਸ਼ਚਾ ਦੱਸਿਆ ਸੀਗਾ। ਉਹ ਜਿਹੜੇ ਜੰਗਮ ਹੁੰਦੇ ਆ ਨਾ, ਉਹ ਸ਼ਿਵਜੀ ਤੇ ਪਾਰਵਤੀ ਦਾ ਵਿਆਹ ਗਾਉਂਦੇ ਹੁੰਦੇ, ਜਿਨ੍ਹਾਂ ਨੇ ਸਿਰ ਦੇ ਉੱਤੇ ਖੰਭ ਬੰਨੇ ਹੁੰਦੇ ਆ ਤੇ ਹੱਥ 'ਚ ਟੱਲੀਆਂ ਫੜੀਆਂ ਹੁੰਦੀਆਂ ਹਨ। ਤੇ ਉਹ ਫਿਰ ਟੱਲੀਆਂ ਵਜਾਉਂਦੇ ਜਦੋਂ ਗਾਉਂਦੇ ਆ ਨਾ, ਤੇ ਉਹ ਪਾਰਵਤੀ ਦਾ ਨਿਸ਼ਚਾ ਗਾਉਂਦੇ ਆ ਕਿ ਜਨਮ ਜਨਮ ਕੀ ਰਗਰ ਹਮਾਰੀ, ਬਰੋਂ ਸੁੰਦ ਨਤ ਰਹੋ ਕੁਮਾਰੀ। ਤੇ ਵੀ ਮੈਂ ਤਾਂ ਸ਼ਿਵਜੀ ਨੂੰ ਹੀ ਵਰੂੰਗੀ, ਨਹੀਂ ਤੇ ਕੁਆਰੀ ਰਹੂੰਗੀ। ਇਸ ਪ੍ਰਕਾਰ ਉਹਦਾ ਨਿਸ਼ਚਾ ਦੱਸਦੇ ਆ। ਤੋ ਕੇਵਲ ਨਿਸ਼ਚੇ ਤੋਂ ਇਹ ਸਮਝਣਾ, ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਦੇ ਉੱਪਰ ਸਿੱਖ ਨੂੰ ਨਿਸ਼ਚਾ ਜਿਹੜਾ ਹਨ ਉਹ ਬਖਸ਼ਿਸ਼ ਕਰਨ ਵਾਲੇ ਆ, ਗਰੀਬ ਨਿਵਾਸ ਸੱਚੇ ਪਾਤਸ਼ਾਹ। ਇਸ ਕਰਕੇ ਜਿਹੜਾ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਗੁਰੂ ਸਾਹਿਬ ਜਿਹੜੇ ਹੈ ਉਹ ਸਿੱਖਾਂ ਦੇ ਅੰਦਰ ਸ਼ੁਭ ਗੁਣਾਂ ਨੂੰ ਬਖਸ਼ਿਸ਼ ਕਰਨ ਵਾਲੇ ਹੈ। ਇਸ ਕਰਕੇ ਉਤਪਤੀ ਕਰਦੇ ਸ਼ੁਭ ਗੁਣਾਂ ਦੀ ਬ੍ਰਹਮਾ ਦੀ ਨਿਆਈ ਹਨ ਤੇ ਔਗੁਣਾਂ ਤੋਂ ਰੱਖਿਆ ਕਰਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੋ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਹਨ। ਅਤੇ ਜਿਹੜਾ ਹੈ ਅੰਦਰ ਵਕਾਰ ਔਗਣ ਪਾਪ ਜਿਵੇਂ ਸ਼ਿਵਜੀ ਲੈਤਾ ਕਰਦਾ, ਐਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਦਰੋਂ ਔਗੁਣਾਂ ਨੂੰ ਲੈ ਕਰਨ ਵਾਲੇ, ਨਾਸ਼ ਕਰਨ ਵਾਲੇ ਆ। ਅਤੇ ਪਾਰਬਤੀ ਦੀ ਤਰ੍ਹਾਂ ਨਿਸ਼ਚਾ ਪਰਮੇਸ਼ਰ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਨ ਵਾਲੇ ਹਨ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧਾਂ ਨੇ ਇਹ ਬੇਨਤੀਆਂ ਕਰਕੇ ਪੁੱਛਿਆ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੀ ਮਹਿਮਾ ਜਿਹੜੀ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਥਨ ਕੀਤੀ ਹੈ ਕਿ ਜਿੰਨਾ ਵੀ ਨਾਦ ਸ਼ਬਦ ਹੈ ਉਹ ਗੁਰੂ ਜੀ ਦੇ ਮੁਖ ਵਿੱਚ ਵਸਦਾ ਹੈ, ਤੇ ਜਿੰਨਾ ਵੀ ਵੇਦ ਗਿਆਨ ਹੈ ਉਹ ਵੀ ਗੁਰੂ ਸਾਹਿਬ ਜੀ ਦੇ ਮੁਖ ਵਿੱਚ ਵਸਦਾ ਹੈ। ਗੁਰੂ ਸਾਹਿਬ ਪਰਮੇਸ਼ਰ ਰੂਪ ਹੋਣ ਕਰਕੇ ਸਭ ਥਾਵਾਂ ਦੇ ਉੱਤੇ ਸਮਾ ਰਹੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧਾਂ ਨੇ ਪੁੱਛਿਆ ਕਿ ਮਹਾਰਾਜ ਆਪ ਪਰਮੇਸ਼ਰ ਦੇ ਸਰੂਪ ਨੂੰ ਜਾਣਦੇ ਹੋ ਤੇ ਆਖ ਕਰਕੇ ਦੱਸੋ ਕਿ ਉਹ ਪਰਮੇਸ਼ਰ ਦਾ ਸਰੂਪ ਕੈਸਾ ਹੈ। ਤੇ ਮਹਾਰਾਜ ਜੀ ਨੇ ਫਿਰ ਆਖਿਆ, ਜੇ ਹਾਓ ਜਾਣਾ ਆਖਾ ਨਹੀਂ। ਜੇ ਸਿੱਧੋ ਅਸੀਂ ਭਾਵੇਂ ਜਾਣਦੇ ਹਾਂ ਪਰ ਆਖਾਂਗੇ ਨਹੀਂ। ਉਹ ਕਹਿੰਦੇ ਮਹਾਰਾਜ ਤੁਹਾਨੂੰ ਫਿਰ ਪਤਾ ਨਹੀਂ ਹੋਣਾ, ਤੁਹਾਨੂੰ ਵੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਹਿਣਾ ਕਥਨ ਨਾ ਜਾਈ। ਉਹ ਮਹਾਰਾਜ ਕਹਿੰਦੇ ਕਹਿਣ ਵਿੱਚ ਪਰਮੇਸ਼ਰ ਜਿਹੜਾ ਨਾ ਉਹ ਨਹੀਂ ਆਉਂਦਾ, ਕਥਨ ਕਰਨ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਨਹੀਂ ਆਉਂਦਾ ਹੈ, ਕਿਉਂਕਿ ਉਸ ਦੇ ਸਰੂਪ ਨੂੰ ਸੰਪੂਰਨ ਤੌਰ ਤੇ ਕਥਨ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਵੇਂ ਅਸੀਂ ਜਾਣਦੇ ਹਾਂ ਪਰ ਆਖਾਂਗੇ ਨਹੀਂ, ਕਿਉਂਕਿ ਆਖਣ ਵਿੱਚ ਆ ਹੀ ਨਹੀਂ ਸਕਦਾ, ਉਹ ਕਹਿਣ ਵਿੱਚ ਪਰਮੇਸ਼ਰ ਜਿਹੜਾ ਆ ਨਹੀਂ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਗੁਰਾ ਇੱਕ ਦੇਹ ਬੁਝਾਈ। ਸਾਨੂੰ ਤਾਂ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸਿੱਖਿਆ ਜਿਹੜੀ ਹੈ ਉਹ ਬੁਝਾ ਦਿੱਤੀ ਹੈ, ਜਣਾ ਦਿੱਤੀ ਹੈ, ਭਾਵ ਸਮਝਾ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਹ ਕਿਹੜੀ ਸਿੱਖਿਆ ਹੈ। ਜਦੋਂ ਸਿੱਧਾ ਪੁੱਛਿਆ, ਮਹਾਰਾਜ ਨੇ ਕਿਹਾ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ ਸਿੱਧੋ, ਸਾਨੂੰ ਉਹ ਵਿਸਰ ਨਹੀਂ ਜਾਣਾ ਚਾਹੀਦਾ, ਭੁੱਲ ਨਹੀਂ ਜਾਣਾ ਚਾਹੀਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਪਾਂ ਇੱਕ ਵਾਰੀ ਨਾਲੇ ਪਾਠ ਵਿਸ਼ਰਾਮ ਜਿਹੜੇ ਆ ਉਹ ਇਸ ਪੌੜੀ ਦੇ ਜਿਹੜੇ ਉਹਨਾਂ ਤੇ ਧਿਆਨ ਆਪਣਾ ਇਕਾਗਰ ਕਰੀਏ, ਨਾਲੇ ਸੂਖਸ਼ਮ ਰੂਪ ਵਿੱਚ ਫਿਰ ਅਰਥ ਆਪਾਂ ਜਿਹੜੇ ਆ ਉਹ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਇਹ ਬਖਸ਼ਿਸ਼ ਕੀਤੀ ਹੈ, ਕਿਹਾ ਕਿ ਪਰਮੇਸ਼ਰ ਜੋ ਹੈ ਨਾ ਸੁਤੰਤਰ ਹੈ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ। ਉਹ ਸਚਿਆਰ ਸਤ ਸਰੂਪ ਜੋ ਸਭ ਕੁਛ ਆਪੇ ਆਪ ਹੈ, ਉਹ ਕਿਸੇ ਦਾ ਥਾਪਿਆ ਨਹੀਂ, ਰਚਿਆ ਨਹੀਂ ਹੈ ਕਿ ਕਿਸੇ ਨੇ ਉਸ ਨੂੰ ਰਚਨਾ ਕੀਤਾ ਹੈ। ਉਹ ਆਪਣੇ ਆਪ ਤੋਂ ਆਪ ਹੈ। ਉਹ ਮਾਇਆ ਆਦਿ ਕਿਸੇ ਆਸਰੇ ਉਪਾਧੀ ਤੋਂ ਵੀ ਅਲੇਪ ਹੈ। ਜਿਸ ਕਿਸੇ ਨੇ ਪਰਮੇਸ਼ਰ ਦੇ ਸਰੂਪ ਦਾ ਸਪਰਸ਼ ਪਾਇਆ ਨਾ, ਉਹ ਵੀ ਇਸ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ, ਕਿਉਂਕਿ ਉਹ ਆਪ ਸੁਤੇ ਕਾਇਮ ਤੇ ਸੁਤੇ ਪ੍ਰਕਾਸ਼ ਨਿਰਲੇਪਤਾ ਦੀ ਅਵਸਥਾ ਹੈ ਪਰਮੇਸ਼ਰ ਦੀ। ਤੇ ਜਿਹੜਾ ਪਹਿਲਾ ਵਿਸ਼ਰਾਮ ਹੈ ਉਹ ਹੈ ਥਾਪਿਆ ਨਾ ਜਾਏ, ਇੱਥੇ ਵਿਸ਼ਰਾਮ ਲੱਗਣਾ, ਤੇ ਫਿਰ ਕੀਤਾ ਨਾ ਹੋਏ, ਇਉਂ ਪੰਕਤੀ ਸੰਪੂਰਨ ਹੁੰਦੀ ਹੈ। ਆਪੇ ਆਪ ਵਿਸ਼ਰਾਮ, ਨਿਰੰਜਨ ਸੋਏ।
ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਪਣੇ ਆਪ ਤੋਂ ਆਪ ਹੈ। ਉਸ ਦੀ ਹੋਂਦ ਦਾ ਸਬੂਤ ਉਹ ਪਾ ਲੈਂਦੇ ਆ ਜਿਹੜੇ ਉਸ ਦਾ ਆਵਾਹਨ ਕਰਦੇ ਆ, ਉਸ ਨੂੰ ਚੇਤੇ ਕਰਦੇ ਆ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਫਿਰ ਜਿਨ ਸੇਵਿਆ ਤਿਨ ਪਾਇਆ ਮਾਨ। ਉਹਨੇ ਇਹ ਮਾਣ ਸਤਿਕਾਰ ਜਿਹੜਾ ਹੈ ਨਾ ਉਹ ਪਾਇਆ, ਉਸਦੀ ਸਰੂਪ ਦੀ ਲਖਤਾ ਉਹਨੇ ਪਾਈ ਹੈ। ਜਿਹੜੇ ਭਾਵਨਾ ਨਾਲ ਪਰਮੇਸ਼ਰ ਨੂੰ ਸੇਵਦੇ ਆ, ਚੇਤੇ ਕਰਦੇ ਆ। ਤੇ ਫਿਰ ਪਰਮੇਸ਼ਰ ਨੂੰ ਚੇਤੇ ਕਿਵੇਂ ਕੀਤਾ ਜਾਂਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਨਾਨਕ ਗਾਵੀਐ, ਇੱਥੇ ਵਿਸ਼ਰਾਮ, ਗੁਣੀ ਨਿਧਾਨ। ਉਹ ਗੁਣਾਂ ਦਾ ਨਿਧਾਨ ਖਜ਼ਾਨਾ, ਇੱਕ ਗੁਣ ਥੋੜੋ, ਪਰਮੇਸ਼ਰ ਦੇ ਕਿੰਨੇ ਗੁਣ ਹੈ। ਉਹ ਦਇਆਲੂ ਹੈ, ਕਿਰਪਾਲੂ ਹੈ, ਉਹ ਜਰਰੇ ਜਰਰੇ ਦੇ ਅੰਦਰ ਰਮ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਤੇ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਉਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਉਸ ਪਰਮੇਸ਼ਰ ਨੂੰ ਜਿਹੜਾ ਹੈ ਉਹ ਗਾਉਣਾ ਚਾਹੀਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਜਦੋਂ ਗਾਵੀਏ ਤੇ ਕੰਨਾਂ ਨਾਲ ਸੁਣੀਏ ਵੀ, ਕਿਉਂਕਿ ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਛਕਦੇ ਹਾਂ ਤੇ ਮੁਖ ਰਾਹੀਂ ਛਕੜੀ ਜਾਂਦੀ ਹੈ ਨਾ, ਇਸ ਤਰ੍ਹਾਂ ਅਧਿਆਤਮਕ ਜਿਹੜਾ ਮਾਰਗ ਹੈ ਨਾ ਉਹਦੇ ਵਿੱਚ ਜੇ ਨਾਮ ਨੂੰ ਆਪਣੇ ਅੰਦਰ ਧਾਰਨ ਕਰਨਾ ਤੇ ਉਹ ਕੰਨਾਂ ਰਾਹੀਂ ਸੁਣ ਕੇ ਹੀ ਧਾਰਨ ਹੁੰਦਾ ਹੈ। ਇਸ ਕਰਕੇ ਜਿੱਥੇ ਗਾਉਣਾ ਹੈ ਰਸਨਾ ਦੁਆਰਾ ਤੇ ਉੱਥੇ ਮਨ ਦੀ ਇਕਾਗਰਤਾ ਲਾ ਕਰਕੇ ਸਰਵਣ ਕਰਨਾ ਹੈ। ਕੰਨਾਂ ਰੂਪੀ ਡੂਨਿਆਂ ਵਿੱਚ ਨਾਮ ਅੰਮ੍ਰਿਤ ਨੂੰ ਪਾ ਕਰਕੇ ਪ੍ਰੀਤ ਰੂਪੀ ਰਸਨਾ ਨਾਲ ਇਉਂ ਛਕੀਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਗਾਵੀਏ ਪਰਮੇਸ਼ਰ ਦੇ ਗੁਣਾਂ ਨੂੰ, ਸੁਣੀਏ ਕੰਨਾਂ ਦੇ ਨਾਲ ਤੇ ਮਨ ਦੇ ਅੰਦਰ ਫਿਰ ਪ੍ਰੇਮ ਜਿਹੜਾ ਹੈ ਉਹ ਧਾਰਨ ਕਰੀਏ। ਤੇ ਭਾਵ ਪ੍ਰਕਾਸ਼ ਨੂੰ ਵੀ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਉਂ ਉਹਨਾਂ ਦੇ ਅੰਦਰ ਜਿਹੜਾ ਨਾ ਉਹ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੱਗੇ ਫਰਮਾਇਆ ਇਹਦਾ ਵਿਸ਼ਰਾਮ ਲਾਉਣਾ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਫਿਰ ਇਹਦਾ ਫਲ ਸਤਿਗੁਰੂ ਜੀ ਦੱਸਦੇ ਆ, ਦੁੱਖ ਪਰ ਹਰ, ਇੱਥੇ ਵਿਸ਼ਰਾਮ, ਸੁੱਖ ਘਰ ਲੈ ਜਾਏ। ਜਦੋਂ ਜੀਵ ਇੰਨੀ ਤੀਬਰ ਇੱਛਾ ਨਾਲ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਹੈ, ਗਾਉਂਦਾ ਹੈ, ਪ੍ਰੇਮ ਦੀ ਦਾਤ ਅੰਦਰ ਪ੍ਰਗਟ ਹੁੰਦੀ ਹੈ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰੇ ਦੁੱਖ ਜਿਹੜੇ ਆ ਨਾ ਉਹਨਾਂ ਨੂੰ ਪਰ ਹਰ ਦਾ ਭਾਵ ਨਾਸ਼ ਕਰ ਲੈਂਦਾ ਹੈ। ਸਾਰੇ ਦੁੱਖ ਨਾਸ਼ ਹੋ ਜਾਂਦੇ ਆ ਤੇ ਆਪਣੇ ਸਰੂਪ ਦੀ ਲਖਤਾ ਨੂੰ ਪਾ ਲੈਂਦਾ। ਹਿਰਦੇ ਦੇ ਅੰਦਰ ਜੀਵ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਮਾ ਜਾਂਦਾ ਹੈ। ਜਿਹੜਾ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਮਾਰਗ ਤੇ ਚੱਲਦਾ ਹੈ ਉਹਨੂੰ ਵਾਹਿਗੁਰੂ ਦੀ ਲਖਤਾ ਜਿਹੜੀ ਹੈ ਨਾ ਉਹ ਪ੍ਰਾਪਤ ਹੁੰਦੀ ਹੈ। ਜਿਵੇਂ ਬੂੰਦ ਸਾਗਰ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਮਾ ਜਾਂਦੀ ਹੈ, ਇਸ ਤਰ੍ਹਾਂ ਭਾਈ ਜਿਹੜੇ ਜੀਵ ਉਸ ਦੇ ਨਾਮ ਨੂੰ ਚੇਤੇ ਕਰਦੇ ਆ, ਗਾਇਨ ਕਰਦੇ ਆ, ਸੁਣਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਸ ਦੇ ਵਿੱਚ ਸਮਾ ਜਾਂਦੇ ਆ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਆ ਜਿਹੜਾ ਸ਼ਿਵ ਹੈ, ਵਿਸ਼ਨੂੰ ਹੈ, ਬ੍ਰਹਮਾ ਆਦਿਕ ਤੇ ਪਾਰਬਤੀ, ਲక్ష్ਮੀ, ਸਰਸਵਤੀ ਆਦਿਕ ਸ਼ਕਤੀਆਂ ਨੂੰ ਤੁਸੀਂ ਨਹੀਂ ਮੰਨਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਨਾ, ਤੇ ਗੁਰੂ ਸਾਹਿਬ ਨੇ ਇਸ ਦੇ ਰੂਪ ਵਿੱਚ ਜਿਹੜਾ ਹੈ ਉਹ ਦੂਸਰੀ ਪੰਕਤੀ ਹੈ ਉਸ ਤੋਂ ਅੱਗੇ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਸ਼ਨ ਉਹਨਾਂ ਦੇ ਪੁੱਛਣ ਤੇ ਕਿ ਕਿਸ ਤਰ੍ਹਾਂ ਗਾਉਣਾ ਚਾਹੀਦਾ ਹੈ, ਫਿਰ ਮਹਾਰਾਜ ਨੇ ਕਿਹਾ ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰੂ ਜੀ ਦੇ ਮੁਖ ਤੋਂ ਜਿਹੜਾ ਨਾਦ ਸ਼ਬਦ ਉਪਦੇਸ਼ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਗਾਉਣਾ ਚਾਹੀਦਾ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਵੇਦੰ ਗਿਆਨ ਹੈ ਜਾਂ ਵੇਦਾਂ ਦਾ ਗਿਆਨ ਹੈ ਉਹ ਵੀ ਗੁਰੂ ਜੀ ਦੇ ਮੁਖ ਚੋਂ ਹੀ ਪ੍ਰਾਪਤ ਹੁੰਦਾ ਹੈ। ਤੇ ਗੁਰੂ ਸਾਹਿਬ ਪਰਮੇਸ਼ਰ ਰੂਪ ਹੋਣ ਕਰਕੇ ਸਭ ਥਾਵਾਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਸਮਾਏ ਹੋਏ ਆ, ਅਭੇਦ ਹਨ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹਦਾ ਵਿਸ਼ਰਾਮ ਜਿਹੜਾ ਹੈ ਉਹ ਥੋੜਾ ਮਹਿੰਗਾ ਹੈ, ਇਸ ਕਰਕੇ ਇਸ ਨੂੰ ਜ਼ਰੂਰ ਪਕਾ ਲੈਣਾ। ਜਦੋਂ ਆਪਾਂ ਪਾਠ ਕਰਦੇ ਆ ਨਾ ਤੇ ਪਾਠ ਕਰਨ ਮਾਤਰ ਸਹੀ ਪਤਾ ਲੱਗ ਜਾਂਦਾ ਹੈ ਕਿ ਸੰਥਿਆ ਕੀਤੀ ਹੈ ਜਾਂ ਨਹੀਂ ਕੀਤੀ ਹੈ। ਤੋ ਇਸ ਕਰਕੇ ਵਿਸ਼ਰਾਮ ਜਿਹੜੇ ਆ ਉਹ ਬਹੁਤ ਜ਼ਰੂਰੀ ਹਨ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਸ਼ਿਵ ਜੀ ਦਾ ਵੀ ਗੁਰੂ ਹੈ ਪਰਮੇਸ਼ਰ, ਤੇ ਗੋਰਖ ਦਾ ਵੀ ਗੁਰੂ ਹੈ, ਬ੍ਰਹਮਾ ਦਾ ਵੀ ਗੁਰੂ ਹੈ, ਤੇ ਜਿਹੜੀ ਪਾਰਬਤੀ ਸ਼ਿਵਾਂ ਦੀ ਸ਼ਕਤੀ ਹੈ ਮਹਾਰਾਜ ਕਹਿੰਦੇ ਉਹਦਾ ਵੀ ਉਹ ਗੁਰੂ ਹੈ। ਮਾਈ ਮਾਇਆ ਦਾ ਵੀ ਮਹਾਰਾਜ ਕਹਿੰਦੇ ਭਾਈ ਉਹ ਪੈਦਾ ਕਰਨ ਵਾਲਾ ਹੈ, ਉਹਦਾ ਵੀ ਗੁਰੂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਹਦੇ
ਅੰਤਰੀਵ ਅਰਥ ਦੱਸੇ ਹੈ ਕਿ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਅਸੀਂ ਸਾਰਾ ਕੁਝ ਪਰਮੇਸ਼ਰ ਨੂੰ ਹੀ ਮੰਨਦੇ ਹਾਂ। ਸ਼ਿਵ ਵੀ ਪਰਮੇਸ਼ਰ ਨੂੰ ਮੰਨਦੇ ਹਾਂ, ਗੋਰਖ ਵੀ, ਤੇ ਗੋ ਪ੍ਰਿਥਵੀ ਦੀ ਰੱਖ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਨੂੰ ਮੰਨਦੇ ਹਾਂ, ਬ੍ਰਹਮਾ ਰੂਪ ਵੀ ਪਰਮੇਸ਼ਰ ਨੂੰ ਹੀ ਮੰਨਦੇ ਹਾਂ। ਸਾਡਾ ਇੱਕ ਨਿਸ਼ਚਾ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਹੈ ਕਿ ਜਿਹੜਾ ਪਾਰਬਤੀ ਵਰਗਾ ਨਿਸ਼ਚਾ ਹੈ ਨਾ, ਉਹ ਮਹਾਰਾਜ ਕਹਿੰਦੇ ਸਾਡਾ ਇੱਕ ਨਿਰੰਕਾਰ ਦੇ ਉੱਪਰ ਹੈ, ਪਰਮੇਸ਼ਰ ਦੇ ਉੱਪਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਨਿਰੰਕਾਰ ਦੇ ਉੱਤੇ ਨਿਸ਼ਚਾ ਕਰਨ ਦੀ ਸਾਨੂੰ ਸਿੱਖਿਆ ਦ੍ਰਿੜਾਈ ਹੈ। ਇਹ ਵੇਖੋ ਦੇਵੀ ਦੇਵਤਿਆਂ ਤੋਂ ਕਈ ਕਹਿੰਦੇ ਅਣਹੋਏ ਆ, ਇਹ ਮੁਨਕਰ ਹੋ ਜਾਂਦੇ ਆ ਕਿ ਦੇਵੀ ਦੇਵਤੇ ਹੁੰਦੇ ਹੀ ਨਹੀਂ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਭਾਈ ਸਭ ਕੁਛ ਵਾਹਿਗੁਰੂ ਜੀ ਨੇ ਬਣਾਇਆ ਹੈ, ਪਰ ਜਿਹੜਾ ਭਰੋਸਾ ਹੈ, ਟੇਕ ਹੈ, ਉਹ ਨਿਰੰਕਾਰ ਦੇ ਉੱਪਰ ਰੱਖਣੀ ਚਾਹੀਦੀ ਹੈ। ਉਹ ਤਾਂ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਜੋ ਹੈ ਜਿਹਨੂੰ ਅਸੀਂ ਮੰਨਦੇ ਹਾਂ, ਉਹ ਸ਼ਿਵ ਜੀ ਦਾ ਵੀ ਗੁਰੂ ਹੈ, ਗੋਰਖ ਦਾ ਵੀ ਗੁਰੂ ਹੈ, ਬਰਮਾ ਦਾ ਵੀ ਗੁਰੂ ਹੈ, ਤੇ ਪਾਰਬਤੀ ਦਾ ਵੀ ਉਹੋ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਹੈ। ਇਸ ਕਰਕੇ ਨਿਸ਼ਚਾ ਆਪਣਾ ਜੋ ਹੈ ਉਹ ਸਤਿਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਉੱਪਰ ਰੱਖਣਾ ਚਾਹੀਏ। ਤੇ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਰੂਪ ਦੀ ਬਾਬਤ ਜਦੋਂ ਉਹਨਾਂ ਨੇ ਪੁੱਛਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ, ਤੇ ਮਹਾਰਾਜ ਨੇ ਕਿਹਾ ਜੇ ਹਾਓ ਜਾਣਾ, ਜੇ ਅਸੀਂ ਭਾਵੇਂ ਜਾਣਦੇ ਹਾਂ, ਪਰ ਮਹਾਰਾਜ ਨੇ ਕਿਹਾ ਆਖਾਂ ਨਹੀਂ, ਆਖਾਂਗੇ ਨਹੀਂ, ਕਿਉਂਕਿ ਉਹ ਫਿਰ ਸਿੱਧ ਕਹਿੰਦੇ ਮਹਾਰਾਜ ਫਿਰ ਤੁਹਾਨੂੰ ਪਤਾ ਨਹੀਂ ਹੋਣਾ। ਮਹਾਰਾਜ ਕਹਿੰਦੇ ਨਹੀਂ, ਕਹਿਣਾ ਕਥਨ ਨਾ ਜਾਈ। ਉਹ ਕਹਿਣ ਵਿੱਚ ਤੇ ਕਥਨ ਕਰਨ ਵਿੱਚ ਪਰਮੇਸ਼ਰ ਆਉਂਦਾ ਨਹੀਂ, ਉਹ ਜਿਹੜਾ ਹੈ ਸ਼ਬਦਾਂ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਤਾਂ ਠੋਸ ਵਸਤੂ ਹੋਵੇ ਤੇ ਕੋਈ ਹੱਥਾਂ ਨਾਲ ਪਕੜ ਲੇ, ਵੇਖਣ ਦਾ ਵਿਸ਼ਾ ਹੋਵੇ ਤੇ ਅੱਖਾਂ ਵੇਖ ਲੈਣ, ਸੁਣਨ ਦਾ ਵਿਸ਼ਾ ਹੋਵੇ ਤੇ ਕੰਨ ਸੁਣ ਲੈਣ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾ ਤਾਂ ਉਹ ਕਹਿਣ ਵਿੱਚ ਆਉਂਦਾ ਹੈ ਤੇ ਨਾ ਕੋਈ ਉਗਤੀਆਂ ਜੁਗਤੀਆਂ ਲਾ ਕਰਕੇ ਕਥਨ ਕਰਨਾ ਚਾਹੇ, ਤਾਂ ਮਹਾਰਾਜ ਕਹਿੰਦੇ ਭਾਈ ਉਹ ਕਥਨ ਕਰਨ ਵਿੱਚ ਵੀ ਜਿਹੜਾ ਨਾ ਵਾਹਿਗੁਰੂ ਨਹੀਂ ਆਉਂਦਾ। ਗੁਰਾ ਇੱਕ ਦੇਹ ਬੁਝਾਈ, ਸਾਨੂੰ ਤਾਂ ਗੁਰੂ ਸਾਹਿਬ ਜੀ ਨੇ ਇੱਕ ਜਿਹੜੀ ਸਿੱਖਿਆ ਨਾ ਨਿਰੰਕਾਰ ਨੇ ਉਹ ਬੁਝਾ ਦਿੱਤੀ ਹੈ, ਜਣਾ ਦਿੱਤੀ ਹੈ। ਕੀ ਉਹ ਸਿੱਖਿਆ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਸਿੱਖਿਆ ਹੈ ਕਿ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਇੱਕੋ ਦਾਤਾ ਹੈ ਪਰਮੇਸ਼ਰ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਜਿਹੜਾ ਨਾ ਭੁੱਲ ਨਹੀਂ ਜਾਣਾ ਚਾਹੀਦਾ। ਉਸ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਸਿੱਧਾਂ ਨੇ ਇਹ ਪੁੱਛਿਆ ਸੀ ਮਹਾਰਾਜ ਨੂੰ ਕਿ ਸਤਿਗੁਰੂ ਜੀ ਆਪ ਕਥਨ ਕਿਉਂ ਨਹੀਂ ਕਰ ਸਕਦੇ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਸ਼ਕਤੀ ਬਿਰਤੀ ਕਰਕੇ ਕਹੇ ਕਿ ਮੈਂ ਪਰਮੇਸ਼ਰ ਨੂੰ ਕਥਨ ਕਰ ਲਾਂਗਾ। ਲੱਖਣਾ ਬਿਰਤੀ ਕਰਕੇ ਬ੍ਰਹਮ ਦਾ ਲੱਖਣ ਜ਼ਰੂਰ ਹੁੰਦਾ ਹੈ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਉਂ ਸ਼ਕਤੀ ਬਿਰਤੀ ਕਰਕੇ ਪਰਮੇਸ਼ਰ ਨੂੰ ਜਿਹੜਾ ਨਾ ਉਹ ਕਥਨ ਨਹੀਂ ਕੀਤਾ ਜਾ ਸਕਦਾ। ਕੇਵਲ ਤੇ ਕੇਵਲ ਪਰਮੇਸ਼ਰ ਨੂੰ ਗਾਉਣ ਦੇ ਨਾਲ ਉਹਦੇ ਸਰੂਪ ਵਿੱਚ ਮਹਾਰਾਜ ਕਹਿੰਦੇ ਅਭੇਦ ਹੋਇਆ ਜਾ ਸਕਦਾ ਹੈ। ਇਸ ਕਰਕੇ ਜਿਹੜਾ ਹੈ ਪਰਮੇਸ਼ਰ ਦਾ ਥਾਂ ਨਹੀਂ ਲੈਣਾ, ਭਾਵ ਅੰਤ ਪਾਉਣ ਵਾਲੇ ਪਾਸੇ ਨਹੀਂ ਜਾਣਾ। ਜੇ ਕੋਈ ਕਹੇ ਕਿ ਮੈਂ ਅੰਤ ਪਾਉਣਾ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਅੰਤ ਪਾਉਣ ਵਾਲੇ ਰਾਹ ਤੇ ਜਿਹੜੇ ਭਾਈ ਚੱਲ ਪੈਂਦੇ ਆ ਉਹ ਆਪਣੇ ਆਪ ਦਾ ਨੁਕਸਾਨ ਇਹ ਕਰਦੇ ਆ ਕਿ ਆਪ ਹੀ ਖਤਮ ਹੋ ਜਾਂਦੇ ਆ, ਪਰ ਪਰਮੇਸ਼ਰ ਦਾ ਅੰਤ ਜਿਹੜਾ ਨਾ ਉਹ ਪਾਇਆ ਨਹੀਂ ਜਾ ਸਕਦਾ। ਇਹ ਜੋ ਗੁਰਬਾਣੀ ਦਾ ਸੁੱਖ ਹੈ ਇਹ ਆਨੰਦ ਦੇ ਮਾਨਣ ਦਾ ਵਿਸ਼ਾ ਹੈ। ਵਾਹਿਗੁਰੂ ਜੀ ਦੇ ਪਿਆਰ ਵਿੱਚ ਲਵਲੀਨ ਹੋਣ ਦਾ ਰਸਤਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਪਿਆਰ ਵਿੱਚ ਭਿੱਜ ਕਰਕੇ ਵਾਹਿਗੁਰੂ ਨੂੰ ਚੇਤੇ ਕਰਨਾ ਤੇ ਇਹ ਸਮਝਣਾ ਕਿ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਇੱਕ ਵਾਹਿਗੁਰੂ ਆਪ ਹੈ, ਹੋਰ ਨਹੀਂ ਕੋਈ। ਉਸ ਦਾ ਨਾਮ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭੁੱਲਣਾ ਨਹੀਂ ਚਾਹੀਦਾ, ਉਸ ਨੂੰ ਸਦਾ ਆਪਣੇ ਮਨ ਦੇ ਅੰਦਰ ਚੇਤੇ ਕਰਨਾ ਚਾਹੀਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪੌੜੀ ਦੇ ਅੰਦਰ ਸਾਨੂੰ ਸਿੱਖਿਆ ਸਮਝਾਈ ਹੈ। ਤੇ ਜਿਹੜਾ ਅੰਤਰੀਵ ਅਰਥ ਹਨ, ਹੋਰ ਵੀ ਅੰਤਰੀਵ ਅਰਥ ਜਿਹੜੇ ਹਨ ਇਸ ਪੌੜੀ ਦੇ ਹਨ, ਪਰ ਆਪਾਂ ਜਿਹੜੇ ਆ ਸੰਖੇਪ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹ ਪੌੜੀ ਦੇ ਅਰਥ ਜਿਹੜੇ ਆ ਉਹ ਸਰਵਣ ਕੀਤੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਇਹਦੇ ਅੰਦਰ ਇਹ ਸਿੱਖਿਆ ਦ੍ਰਿੜਾਈ ਹੈ ਕਿ ਪਰਮੇਸ਼ਰ ਸਦਾ ਸੁਤੰਤਰ ਹੈ,
ਉਹ ਪਤੰਤਰ ਨਹੀਂ, ਕਿਸੇ ਦੇ ਅਧੀਨ ਨਹੀਂ, ਤੇ ਆਪਾਂ ਅਗਲੀ ਪੌੜੀ ਸ਼ੁਰੂ ਨਹੀਂ ਕਰ ਸਕਦੇ, ਕਿਉਂਕਿ ਜੇ ਸ਼ੁਰੂ ਕਰਾਂਗੇ ਤੇ ਉਹਦੇ ਲਈ ਫਿਰ ਸਾਨੂੰ ਸਮਾਂ ਜਿਹੜਾ ਉਹ ਹੋਰ ਲੱਗੇਗਾ। ਇਸ ਕਰਕੇ ਆਪਾਂ ਜਿਹੜੀ ਪੌੜੀ ਆ ਅਗਲੀ ਉਹ ਕੱਲ ਨੂੰ ਜਿਹੜੀ ਆ ਸਰਵਣ ਕਰਾਂਗੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਜੋ ਸਿੱਖਿਆ ਇਹਦੇ ਅੰਦਰ ਦ੍ਰਿੜਾਈ ਹੈ, ਉਸ ਸਿੱਖਿਆ ਦੇ ਉੱਤੇ ਆਪਾਂ ਵਿਚਾਰ ਕਰਨੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਦੁੱਖ ਕਿੰਨੇ ਵੀ ਹੋਣ, ਕਿਉਂਕਿ ਦੁੱਖਾਂ ਦੇ ਕਰਕੇ ਮਨ ਜਿਹੜਾ ਉਹ ਭਰਮ 'ਚ ਪੈ ਜਾਂਦਾ ਹੈ। ਮਹਾਰਾਜ ਨੇ ਕਿਹਾ ਨਾਮ ਨੂੰ ਇੰਨੀ ਭਾਵਨਾ ਨਾਲ ਗਾਓ ਕਿ ਮਨ ਜਿਹੜਾ ਹੈ ਉਹਦੇ ਦੁਖੀ ਉਹਨਾਂ ਚਿਰ ਹੁੰਦਾ ਜਿੰਨਾ ਚਿਰ ਉਹ ਚੇਤੇ ਰੱਖਦਾ ਹੈ ਦੁੱਖ ਨੂੰ, ਸੁਖੀ ਵੀ ਉਹਨਾਂ ਚਿਰ ਹੀ ਮੰਨਦਾ ਜਿੰਨਾ ਚਿਰ ਸੁੱਖ ਦੇ ਚੇਤੇ ਰੱਖਦਾ ਹੈ। ਇਹ ਦੋਵਾਂ ਤਰ੍ਹਾਂ ਦੀ ਅਵਸਥਾ ਨਾਮ ਦੇ ਜਪਣ ਨਾਲ ਮੁੱਕ ਜਾਂਦੀ ਹੈ, ਕਿਉਂਕਿ ਸੁੱਖ ਦੀ ਚੇਸ਼ਟਾ ਕਰਨੇ ਕਰਕੇ ਸੁੱਖ ਭੋਗਣ ਵਾਲਾ ਕੋਈ ਹੈ ਤਾਂ ਆਪਣੇ ਆਪ ਨੂੰ ਸੁੱਖ ਮਹਿਸੂਸ ਕਰ ਰਿਹਾ ਹੈ, ਤੇ ਦੁੱਖ ਭੋਗਣ ਵਾਲਾ ਵੀ ਕੋਈ ਹੈ ਤਾਂ ਆਪਣੇ ਆਪ ਨੂੰ ਦੁਖੀ ਮੰਨ ਰਿਹਾ ਹੈ। ਪਰ ਜਿਹੜਾ ਨਾਮ ਹੈ ਇਹ ਦੋਹਾਂ ਚੀਜ਼ਾਂ ਤੋਂ ਹੀ ਬਾਹਰ ਕੱਢ ਦਿੰਦਾ ਹੈ, ਤੇ ਕਿਉਂਕਿ ਸਰੂਪ ਰੂਪੀ ਘਰ 'ਚ ਲੈ ਜਾਂਦਾ ਨਾ। ਉਹਨਾਂ ਵਾਸਤੇ ਮਹਾਰਾਜ ਨੇ ਫਿਰ ਉਹ ਸ਼ਬਦ ਕਹੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਦੋਵੇਂ ਹੀ ਅਵਸਥਾ ਜਿਹੜੀਆਂ ਨਾ, ਸੁੱਖ ਵੀ ਅਸਲ ਵਿੱਚ ਜਿਹੜਾ ਹੈ ਜੀਵ ਨੂੰ ਅੰਦਰ ਚਿੰਤਾ ਦਾ ਵਿਸ਼ਾ ਬਣਾ ਕਰਕੇ ਰੱਖਦਾ। ਜੇ ਸੁੱਖ ਹੋਵੇ ਤੇ ਸੁੱਖ ਦੇ ਨਾਸ਼ ਹੋਣ ਕਰਨ ਦੀ ਚਿੰਤਾ ਜਿਹੜੀ ਜੀਵ ਨੂੰ ਸਤਾਉਂਦੀ ਰਹਿੰਦੀ ਹੈ ਕਿ ਮੇਰੇ ਇੰਨੇ ਸੁੱਖ ਵੈ, ਇਹ ਕਿਤੇ ਸੰਸਾਰਕ ਸੁੱਖ ਮੇਰੇ ਕੋਲ ਮੁੱਕ ਨਾ ਜਾਣ। ਤੇ ਦੁਖੀ ਹੋਇਆ ਤੇ ਪਰੇਸ਼ਾਨ ਰਹਿੰਦਾ ਹੀ ਹੈ, ਰੋਗਾਂ ਕਰਕੇ ਜਾਂ ਮਾਨਸਿਕ ਪੀੜਾ ਕਰਕੇ। ਇਹਨਾਂ ਸਾਰੀਆਂ ਦੁੱਖ ਤੇ ਸੁੱਖ ਦੀਆਂ ਜਿਹੜੀਆਂ ਹਾਲਤਾਂ ਹਨ ਮਨ ਦੀਆਂ, ਉਹਨਾਂ ਵਿੱਚੋਂ ਤਾਂ ਨਿਕਲਿਆ ਜਾਂਦਾ ਜੇ ਗਾਵੀਏ ਸੁਣੀਏ ਮਨ ਰੱਖੀਏ ਭਾਓ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨੂੰ ਗਾਵੀਏ ਵੀ, ਸੁਣੀਏ ਵੀ, ਤੇ ਮਨ ਦੇ ਅੰਦਰ ਪਿਆਰ ਪੈਦਾ ਕਰੀਏ। ਤੇ ਜੇ ਸਾਡੇ ਗਾਉਣ ਤੇ ਸੁਣਨ ਨਾਲ ਪਿਆਰ ਨਹੀਂ ਉਤਪੰਨ ਹੋ ਰਿਹਾ, ਤੇ ਇਹਦਾ ਮਤਲਬ ਇਹ ਹੈ ਕਿ ਸਾਡੇ ਗਾਉਣ ਵਿੱਚ ਤੇ ਸੁਣਨ ਵਿੱਚ ਕਿਤੇ ਨਾ ਕਿਤੇ ਕੋਈ ਫਰਕ ਵਾ। ਅਸੀਂ ਮਹਾਰਾਜ ਸਾਹਿਬ ਜੀ ਦੇ ਕੋਲ ਜਿਹੜਾ ਅਰਜ਼ੋਈ ਕਰ ਰਹੇ ਹਾਂ, ਨਾਮ ਨੂੰ ਗਾ ਰਹੇ ਹਾਂ, ਬਾਣੀ ਨੂੰ ਗਾ ਰਹੇ ਹਾਂ, ਸਾਡਾ ਪਿੱਛੇ ਪ੍ਰਯੋਜਨ ਕੀ ਹੈ ਗਾਇਨ ਕਰਨ ਦੇ ਅੰਦਰ ਤੇ ਸੁਣਨ ਦੇ ਅੰਦਰ? ਸਾਡਾ ਪ੍ਰਯੋਜਨ ਕੀ ਹੈ? ਜਦੋਂ ਭਾਵਨਾ ਬਿਲਕੁਲ ਸੱਚੀ ਤੇ ਸੁੱਚੀ ਹੋ ਗਈ, ਉਸ ਦਿਨ ਅੰਦਰ ਪਿਆਰ ਜਿਹੜਾ ਨਾ ਉਹ ਜ਼ਰੂਰ ਪਰ ਜ਼ਰੂਰ ਉਤਪੰਨ ਹੋਵੇਗਾ। ਤੇ ਮੁੱਖ ਗੱਲ ਮਹਾਰਾਜ ਸਾਹਿਬ ਜੀ ਨੇ ਆਖੀ ਹੈ ਕਿ ਗੁਰੂ ਜੀ ਤੋਂ ਨਾਦ ਸ਼ਬਦ ਲੈ ਕਰਕੇ ਫਿਰ ਪਰਮੇਸ਼ਰ ਦੇ ਨਾਮ ਨੂੰ ਗਾਵਿਆ ਜਾਂਦਾ ਹੈ। ਉਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਗਾਇਆ ਨਹੀਂ ਜਾ ਸਕਦਾ, ਕਿਉਂਕਿ ਫਿਰ ਉਹ ਗਾਵਿਆ ਸੁਣਿਆ ਥਾਂ ਨਹੀਂ ਪੈਂਦਾ। ਥਾਂ ਗੁਰੂ ਸਾਹਿਬ ਪਾਉਂਦੇ ਆ, ਫਲ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਉਂਦੇ ਆ ਕਿ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਹੈ। ਉਹ ਭਾਈ ਦਿਆਲ ਦਾਸ ਜੀ ਦਾ ਅੱਗੇ ਸ਼ਾਇਦ ਇੱਕ ਦਿਨ ਜ਼ਿਕਰ ਕੀਤਾ ਸੀ ਨਾ, ਤੇ ਉਹ ਭਾਈ ਭਗਤੂ ਜੀ ਦੀ ਵੰਸ਼ ਜੋ ਸੀਗੇ, ਉਹ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਜੰਗਲ ਦੇਸ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨਾ, ਤੇ ਉਹ ਗੁਰੂ ਸਾਹਿਬ ਜੀ ਵਾਸਤੇ ਪ੍ਰਸ਼ਾਦਾ ਬਣਾ ਕੇ ਤੇ ਭਾਈ ਦਿਆਲ ਦਾਸ ਜੀ ਪਿੱਛੇ ਪਿੱਛੇ ਮਹਾਰਾਜ ਸਾਹਿਬ ਜੀ ਦੇ ਫਿਰਦੇ ਰਹੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਪ੍ਰਸ਼ਾਦਾ ਛਕਣ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਸ਼ਾਦਾ ਪ੍ਰਵਾਨ ਨਹੀਂ ਕੀਤਾ। ਮਹਾਰਾਜ ਕਹਿੰਦੇ ਭਾਈ ਦਿਆਲ ਦਾਸ ਤੈਨੂੰ ਪਹਿਲਾਂ ਅੰਮ੍ਰਿਤ ਛਕਣਾ ਪਵੇਗਾ। ਉਹ ਕਹਿੰਦਾ ਮਹਾਰਾਜ ਸਾਡੇ ਪਰਿਵਾਰ 'ਚ ਸਿੱਖੀ ਗੁਰੂ ਰਾਮਦਾਸ ਸਾਹਿਬ ਤੋਂ ਚਲੀ ਆ ਰਹੀ ਹੈ, ਤੇ ਮੇਰੇ ਅੰਮ੍ਰਿਤ ਛਕਣ ਦਾ ਕਿਹੜੀ ਕੋਈ ਜ਼ਰੂਰੀ ਹੈ, ਤੁਸੀਂ ਮੇਰਾ ਪ੍ਰਸ਼ਾਦਾ ਛਕੋ। ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਹੀਂ, ਸਾਡੀ ਇਹ ਮਰਿਆਦਾ, ਹੁਣ ਜਿਹੜਾ ਹੈ ਅਸੀਂ ਪ੍ਰਸ਼ਾਦਾ ਤਾਂ ਹੀ ਪ੍ਰਵਾਨ ਕਰਾਂਗੇ ਜੇ ਤਾਂ ਅੰਮ੍ਰਿਤ ਛਕਣਾ ਤਾਂ। ਤੋ ਇਹ ਇਸ ਪ੍ਰਕਾਰ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ, ਤੇ ਫਿਰ ਭਾਈ ਦਿਆਲ ਦਾਸ ਇੱਧਰੋਂ ਜਿੱਦ ਰੱਖੀ ਸੀ ਕਿ ਮੈਂ ਅੰਮ੍ਰਿਤ ਛਕਣਾ ਨਹੀਂ, ਗੁਰੂ ਸਾਹਿਬ ਜੀ ਨੂੰ ਮੈਂ ਪ੍ਰਸ਼ਾਦਾ ਛਕਾਉਣਾ ਵਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿੱਛੇ ਪਿੱਛੇ ਫਿਰ ਭਾਈ ਦਿਆਲ ਦਾਸ ਜੀ ਪ੍ਰਸ਼ਾਦਾ ਲੈ ਕੇ ਨਾ ਤੇ ਵਿਚਰਦੇ ਰਹੇ, ਜਿੱਧਰ ਜਿੱਧਰ ਨੂੰ ਮਹਾਰਾਜ ਸਾਹਿਬ ਜੀ ਜਾਣ, ਜਿੱਥੇ ਜਿੱਥੇ ਪੜਾਅ ਪਵੇ ਉੱਥੇ ਉੱਥੇ ਹੀ ਪ੍ਰਸ਼ਾਦਾ ਲੈ ਕੇ ਮਗਰ ਮਗਰ ਰਹਿਣ। ਤੇ ਅਖੀਰ ਫਿਰ ਸਿੰਘਾਂ ਨੇ ਕਿਹਾ ਭਾਈ ਦਿਆਲ ਦਾਸ ਜੀ ਨੂੰ ਵੀ ਭਾਈ ਦਿਆਲ ਦਾਸ ਜੀ, ਠੀਕ ਗੁਰੂ ਰਾਮਦਾਸ ਸਾਹਿਬ ਜੀ ਤੇ ਤੋਂ ਤੁਹਾਡੇ ਵਿੱਚ ਸਿੱਖੀ ਆਈ ਹੈ, ਤੁਹਾਡੇ ਪੁਰਖਿਆਂ ਇੰਨੀ ਸਿੱਖੀ ਕਮਾਈ ਹੈ, ਪਰ ਗੁਰੂ ਸਾਹਿਬ ਦਾ ਹੁਕਮ ਮੰਨੀਦਾ ਕਿ ਜਾਂ ਮਹਾਰਾਜ ਨੂੰ ਹੁਕਮ ਮਨਾਈਦਾ ਆਪਣਾ?
महाराज का बचन मनीदा कि जां महाराज नूं अपना बचन मनाईदा। ते भाई दयाल दास जी का फिर मन ढल गया ते गुरु साहब जी नूं फिर हथ जोड़ के बेनती करन लगे, महाराज मैनूं अमृत की दात बख्शो। महाराज ने फिर उदों अमृत की दात भाई दयाल दास जी नूं बख्श के भाई दयाल सिंह बनाया सच्चे पातशाह जी ने। ते उस समय महाराज रहत दृढ़ाई सीगी ते इहने जदों सतगुरु जी ने कहा कि केस साडी मोहर है, ये रहत दसी ना महाराज ने, महाराज सच्चे पातशाह जी ने इउं दस्सिया कि केस साडी जिहड़ी है ना वो मोहर वा, इन्हां दी बेअदबी नहीं कदे भी करनी। ते भाई दयाल सिंह जी ने ये इतिहास च बचन आउंदे आ कि कहा कि महाराज आ मेरा जिहड़ा दाड़ा है इनू वेख के तुसीं मैनूं बख्श लिओ सिੱਖੀ ਦੀ निशानी। महाराज हस पे सच्चे पातशाह जी कहंदे तू जिहड़ा सूधे सुभाਅ है ते पर ये तैनूं दस दईए कि जिहड़े केस है ना सिर दे, ये सच्चे पातशाह जी महाराज कहंदे भाई इनू पछाण के ही असीं जिहड़ा है ना अपने सिੱਖ नूं ओहदी फिर रखिया करदे आ। ये इतिहास विच भी ते एक दसम बाणी का ਸਰੂਪ है महाराज का। ते वो माल कौसक की वार जिहड़ी आ सतगुरु जी ने बिन केसां सिर कुट्टियां चिंगारे कौन छडाए, ये पंक्तियां आउंदियां हन। केस सतगुरु जी ने जदों दस्से कि साडी मोहर वै साडी आग्या वै, ये सारी रहत बहत सतगुरां जी ने जिहड़ी दसी है, ਇਹਦੇ ਵਿੱਚ ਪਰਪੱਕ ਰਹਿਣਾ ਤੇ ਨਾਲ ਨਾਮ ਦਾ ਜਪਣਾ। ਤੇ ਭਾਈ ਦਿਆਲ ਸਿੰਘ ਸਾਹਿਬ ਜੀ ਨੂੰ ਫਿਰ ਗਿਆਨ ਦੀ ਦਾਤ ਪ੍ਰਾਪਤ ਹੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਕਹਿਣ ਲੱਗੇ ਕਿ ਮਹਾਰਾਜ ਮੈਂ ਹੁਣ ਪ੍ਰਸ਼ਾਦਾ ਜਿਹੜਾ ਉਹ ਘਰੋਂ ਤਾਜ਼ਾ ਤਿਆਰ ਕਰਕੇ ਲਿਆਉਣਾ। ਤੇ ਸਤਿਗੁਰੂ ਜੀ ਨੇ ਫਿਰ ਕਿਹਾ ਸੀ ਕਿ ਭਾਈ ਦਿਆਲ ਸਿੰਘ ਜੀ ਤੁਸੀਂ ਸਾਡਾ ਬਚਨ ਮੰਨ ਕੇ ਅੰਮ੍ਰਿਤ ਛਕਿਆ ਤੇ ਹੁਣ ਤੁਹਾਡਾ ਪ੍ਰਸ਼ਾਦਾ ਅਸੀਂ ਉਹੋ ਹੀ ਛਕਾਂਗੇ। ਕਹਿੰਦੇ ਮਹਾਰਾਜ ਉਹ ਤਾਂ ਕਿੰਨਿਆਂ ਦਿਨਾਂ ਦਾ ਬਾਸੀ ਹੋ ਗਿਆ। ਸਤਿਗੁਰੂ ਜੀ ਕਹਿੰਦੇ ਚੱਕੋ ਵਸਤਰ ਉਹਦੇ ਤੋਂ। ਜਦੋਂ ਵਸਤਰ ਚੱਕਿਆ ਤੇ ਭਾਫਾ ਮਾਰਦਾ ਸਾਰਾ ਭੋਜਨ ਇਉਂ ਜਿੱਦਾਂ ਹੁਣੇ ਤਿਆਰ ਕੀਤਾ ਹੁੰਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਵ ਕਹਿਣ ਤੋਂ ਕਿ ਗੁਰੂ ਸਾਹਿਬ ਦਾ ਬਚਨ ਮੰਨ ਕੇ ਗੁਰੂ ਜੀ ਦਾ ਦੀਕਸ਼ਾ ਮੰਤਰ ਲੈ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਜਦੋਂ ਅਸੀਂ ਨਾਮ ਜਪਦੇ ਹਾਂ ਫਿਰ ਇਹ ਗੁਰੂ ਦੀਕਸ਼ਾ ਦੁਆਰਾ ਅਸੀਂ ਨਾਮ ਜਪਦੇ ਹਾਂ ਤੇ ਉਹਦੇ ਵਿੱਚ ਕਿੰਨੀ ਕੁ ਕਲਾ ਵਰਤਦੀ ਹੈ, ਇਹ ਤਾਂ ਫਿਰ ਜਿਹੜਾ ਅਭਿਆਸ ਕਰਦਾ ਉਹੋ ਹੀ ਇਸ ਗੱਲ ਦਾ ਅਨੁਭਵ ਕਰ ਸਕਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿਸੇ ਹੋਰ ਦੇਵੀ ਦੇਵਤੇ ਦਾ ਆਪਾਂ ਨਰਾਦਰ ਵੀ ਕਿਸੇ ਦਾ ਨਹੀਂ ਕਰਨਾ, ਪਰ ਆਪਣੇ ਗੁਰੂ ਜੀ ਦੇ ਬਰਾਬਰ ਕਿਸੇ ਨੂੰ ਨਹੀਂ ਸਮਝਣਾ। ਗੁਰੂ ਸਾਹਿਬ ਹੀ ਸਾਨੂੰ ਜਿਹੜਾ ਹੈ ਸ਼ਬਦ ਦੀ ਦਾਤ ਦੇਣ ਵਾਲੇ ਆ, ਗਿਆਨ ਦੀ ਦਾਤ ਦੇਣ ਵਾਲੇ ਆ। ਗੁਰੂ ਸਾਹਿਬ ਹੀ ਸਭ ਥਾਵਾਂ ਤੇ ਵਿਆਪਕ ਹਨ। शिव जी विष्णु ब्रह्मा ਦਾ ਰੂਪ ਗੁਰੂ ਸਾਹਿਬ ਜੀ ਆਪ ਹਨ। ਇਹ ਤਿੰਨ ਸ਼ਕਤੀਆਂ ਵੀ ਹਨ ਸੰਸਾਰ ਨੂੰ। ਜਿਹੜੀ ਬ੍ਰਹਮਾ ਜੀ ਦੀ ਸ਼ਕਤੀ ਹੈ ਉਹ ਤਿੰਨ ਗੁਣ ਜਿਵੇਂ ਮਾਇਆ ਦੇ ਉਤਪਤੀ ਕਰਦੀ ਹੈ ਤੇ ਫਿਰ ਭੰਡਾਰੀ ਹੋ ਕੇ ਜਿਹੜੇ ਆ ਉਹ ਪਾਲਣਾ ਕਰਦੀ ਹੈ ਤੇ ਜਿਹੜੀ ਹੈ ਉਹ ਸੰਘਾਰਦੀ ਹੈ, ਜਿਹੜੀ ਹੈ ਲੈਤਾ ਕਰਦੀ ਹੈ, ਤਮੋ ਗੁਣੀ ਸ਼ਕਤੀ ਜਿਹੜੀ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਰੂਪ ਹੋਣ ਕਰਕੇ ਇਹ ਪਰਮੇਸ਼ਰ ਦਾ ਸਭ ਕੁਝ ਉਤਪੰਨ ਕੀਤਾ ਹੋਇਆ। ਗੁਰੂ ਸਾਹਿਬ ਜੀ ਦੇ ਅੰਦਰ ਇਹ ਸਾਰੇ ਸਮਾਏ ਹੋਏ ਹਨ। ਪਰਮੇਸ਼ਰ ਦੇ ਸਰੂਪ ਨੂੰ ਮਹਾਰਾਜ ਕਹਿੰਦੇ ਭਾਈ ਕੋਈ ਕਥਨ ਨਹੀਂ ਕਰ ਸਕਦਾ। ਜਿਹੜੇ ਜਾਣਦੇ ਆ ਭਾਵੇਂ ਅਸੀਂ ਜਾਣਦੇ ਆ ਪਰ ਮਹਾਰਾਜ ਕਹਿੰਦੇ ਕਹਿ ਸਕਦੇ ਨਹੀਂ, ਕਿਉਂਕਿ ਉਹ ਕਹਿਣ ਤੇ ਕਥਨ ਵਿੱਚ ਆਉਂਦਾ ਨਹੀਂ। ਸਾਨੂੰ ਤਾਂ ਗੁਰੂ ਨਿਰੰਕਾਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸਿੱਖਿਆ ਜਿਹੜੀ ਇਹੋ ਜਿਹੀ ਸਮਝਾ ਦਿੱਤੀ ਹੈ, ਬੁਝਾ ਦਿੱਤੀ ਹੈ, ਜਣਾ ਦਿੱਤੀ ਹੈ। ਉਹ ਕਿਹੜੀ ਹੈ ਸਿੱਖਿਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਜੀਆਂ ਦਾ ਇੱਕੋ ਹੀ ਦਾਤਾ ਹੈ ਬਣਾਉਣ ਵਾਲਾ। ਇਹ ਨਹੀਂ ਕਿ ਜਿੱਦਾਂ ਮਨੁੱਖਾਂ ਦੀਆਂ ਜਾਤੀਆਂ ਫਲਾਨੀ ਜਾਤੀ ਨੂੰ ਕਿਸੇ ਹੋਰ ਨੇ ਸਿਰਜਿਆ, ਜਿਵੇਂ ਪਰਮੇਸ਼ਰ ਦੇ ਨਾਮ ਵੱਖਰੇ ਵੱਖਰੇ ਧਰਮਾਂ ਵਿੱਚ ਰੱਖੇ ਹੋਏ ਆ ਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਉਹ ਵੱਖਰੇਵਾਂ ਨਹੀਂ, ਉਹ ਤਾਂ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ ਪਰਮੇਸ਼ਰ। ਜੇ ਪੈਦਾ ਕਰਨ ਵਾਲਾ ਹੈ ਤੇ ਰੋਜੀ ਦੇਣ ਵਾਲਾ ਵੀ ਉਹੋ ਹੀ ਹੈ ਤੇ ਸੰਘਾਰਨ ਵਾਲਾ ਵੀ ਮਹਾਰਾਜ ਕਹਿੰਦੇ ਉਹੋ ਹੀ ਹੈ। ਉਹ ਮਹਾਰਾਜ ਕਹਿੰਦੇ ਸਾਨੂੰ ਵਿਸਰ ਨਹੀਂ ਜਾਣਾ ਚਾਹੀਦਾ, ਭੁੱਲ ਨਹੀਂ ਜਾਣਾ ਚਾਹੀਦਾ। ਤੇ ਸਿੱਧੋ ਉਸ ਪਰਮੇਸ਼ਰ ਨੂੰ ਸਦਾ ਪਿਆਰ ਦੇ ਨਾਲ ਚੇਤੇ ਕਰਨਾ ਚਾਹੀਦਾ ਹੈ। ਇਹ ਅੱਜ ਪੰਜਵੀਂ ਪੌੜੀ ਜਿਹੜੀ ਹੈ ਉਹ ਸੰਪੂਰਨ ਹੋਈ ਹੈ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਮਹਾਰਾਜ ਸਮਤ ਦੇਣ। ਅੱਗੇ ਆਪਾਂ ਜਿਹੜੀ ਆ ਛੇਵੀਂ ਪੌੜੀ ਦੀ ਜਿਹੜੀ ਹੈ ਉਹ ਆਰੰਭਤਾ ਕਰਾਂਗੇ। ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ,
सबना जिया का एक दाता, सो मैं विसर ना जाई। वाहिगुरु जी का खालसा, वाहिगुरु जी की फतेह।